ਕਿਵ ਸਚਿਆਰਾ ਹੋਈਏ, ਪਹਿਲੇ ਗੁਰੂ ਨਾਨਕ ਜਿਹੜੇ ਪੁੱਛਦੇ ਨੇ ਕਿਵ ਸਚਿਆਰਾ ਹੋਈਏ, ਤੇ ਅਖੀਰ ਤੱਕ ਜਾਂਦੇ ਜਾਂਦੇ ਉਹ ਸਚਿਆਰ ਮਨੁੱਖ ਘੜਿਆ ਗਿਆ। ਇੱਕ ਐਸੀ ਕੌਨਸ਼ੀਅਸ ਦਾ ਮਾਲਕ ਜਿਹੜਾ ਆਪਣੇ ਆਪ ਇਹ ਦੱਸ ਸਕਦਾ ਸੀਗਾ ਕਿ ਮੇਰੀ ਬੋਡੀ ਮੇਰੀ ਕੌਨਸ਼ੀਅਸ ਨਹੀਂ ਆ, ਮੇਰੀ ਕੌਨਸ਼ੀਅਸਨੈਸ ਜਿਹੜੀ ਆ ਉਹ ਮੇਰੀ ਬੋਡੀ ਤੋਂ ਬਾਹਰ ਹੈ। ਛੋਟੇ ਸਾਹਿਬਜ਼ਾਦੇ ਤਾਂ ਅੱਜ ਵੀ ਜੀਂਦੇ ਆ ਸਾਡੇ ਸਾਰਿਆਂ ਦੇ ਵਿੱਚ ਕਿਤੇ ਨਾ ਕਿਤੇ, ਹੈ ਨਾ, ਔਰ ਉਹ ਮਰੇ ਨਹੀਂ, ਕਿਉਂਕਿ ਮਰਦਾ ਸਿਰਫ ਸਰੀਰ ਹੈ, ਪਰ ਜਿਹੜੀ ਉਹਨਾਂ ਦੀ ਇੱਕ ਸੋਚ ਹੈ, ਜੋ ਉਹਨਾਂ ਦੀ ਆਤਮਾ ਤੇ ਪਰਮਾਤਮਾ ਦੀ ਨਿਰੰਤਰਤਾ, ਉਹ ਹਮੇਸ਼ਾ ਪ੍ਰਚੰਡ ਹੋ ਗਈ। ਕਿਸੇ ਨੂੰ ਦੇਗਾਂ ਦੇ ਵਿੱਚ ਉਬਾਲਿਆ ਜਾ ਰਿਹਾ, ਕਿਸੇ ਦੇ ਸਰੀਰ ਕੱਟੇ ਜਾ ਰਹੇ ਆ, ਕਿਸੇ ਦੀਆਂ ਮਾਵਾਂ ਦੇ ਗਲਾਂ ਦੇ ਵਿੱਚ ਉਹਨਾਂ ਦੇ ਬੱਚਿਆਂ ਦੇ ਟੋਟੇ ਕਰਕੇ ਉਹਨਾਂ ਦੇ ਹਾਰ ਪਾਏ ਜਾ ਰਹੇ ਆ। ਇਸ ਤੋਂ ਵੱਡਾ ਤੁਸੀਂ ਕਿਸੇ ਨੂੰ ਰਜ਼ਾ ਦੇ ਵਿੱਚ ਰਹਿੰਦਾ ਦੇਖ ਸਕਦੇ ਹੋ? ਉਹਨਾਂ ਲੋਕਾਂ ਨੂੰ ਜਿਹੜੇ ਸੋਚਦੇ ਸੀਗੇ ਕਿ ਸਾਨੂੰ ਹਰ ਇੱਕ ਚੀਜ਼ ਤੋਂ ਬਚਾਉਣ ਲਈ ਗੈਬੀ ਸ਼ਕਤੀਆਂ, ਦੈਵੀ ਸ਼ਕਤੀਆਂ ਆਉਣਗੀਆਂ, ਉਹਨਾਂ ਨੇ ਉਸ ਲੈਵਲ ਤੇ ਲੈ ਗਏ ਕਿ ਉਹਨਾਂ ਦੀ ਨਾ ਸਿਰਫ ਕੌਨਸ਼ੀਅਸਨੈਸ ਉਨੀ ਵੱਧ ਗਈ, ਬਲਕਿ ਇੱਕ ਐਸਾ ਕਿਰਦਾਰ ਖੜਾ ਕਰ ਦਿੱਤਾ ਜਿਹੜਾ ਸੱਚ ਤੋਂ ਉੱਪਰ ਹੈ। ਤੁਸੀਂ ਆਪਣੇ ਸਰੀਰਾਂ ਦੇ ਉੱਤੇ ਕਸ਼ਟ ਚੱਲ ਰਹੇ ਆ, ਤੁਸੀਂ ਦਾਨ ਕਰਕੇ ਆਪਣੇ ਆਪ ਨੂੰ ਵੱਡਾ ਸਮਝਦੇ ਆ, ਤੁਸੀਂ ਪੜ੍ਹ ਕੇ ਆਪਣੇ ਆਪ ਨੂੰ ਵੱਡਾ ਸਮਝਦੇ ਆ, ਅਕਲ ਦੇ ਨਾਲ ਵੱਡਾ ਸਮਝਦੇ ਆ। ਇਹ ਸਾਰੀਆਂ ਚੀਜ਼ਾਂ ਨੂੰ ਖੰਡਨ ਕਰਨਾ, ਇਹਨਾਂ ਸਾਰੀਆਂ ਚੀਜ਼ਾਂ ਨੂੰ ਚੈਲੰਜ ਕਰਨਾ ਹੀ ਗੁਰੂ ਨਾਨਕ ਦੀਆਂ ਉਦਾਸੀਆਂ ਦਾ ਐਕਸਿਸ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਰਦਾਰੇ ਖਾਲਸਾ ਦੇ ਅੱਜ ਦੇ ਇਸ ਐਪੀਸੋਡ ਦੇ ਵਿੱਚ ਮੈਂ ਕਿਰਨਪ੍ਰੀਤ ਕੌਰ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੀ ਹਾਂ। ਆਪਾਂ ਜਿਹੜੇ ਹੁਣ ਤੱਕ ਦੇ ਐਪੀਸੋਡ, ਜਿਹੜੇ ਪਿਛਲੇ ਐਪੀਸੋਡ ਦੇ ਵਿੱਚ ਆਪਾਂ ਗੱਲ ਕੀਤੀ ਸੀ, ਅਸੀਂ ਵਾਹਿਗੁਰੂ ਸ਼ਬਦ ਦੇ ਜਿਹੜੇ ਹੈ ਉਹ ਮੀਨਿੰਗ ਸਮਝਣ ਦੀ ਕੋਸ਼ਿਸ਼ ਕੀਤੀ ਸੀ। ਜਦੋਂ ਪਹਿਲੇ ਐਪੀਸੋਡਸ ਦੇ ਵਿੱਚ ਆਪਾਂ ਵਾਹੇ ਜਿਹੜਾ ਸ਼ਬਦ ਹੈ ਉਹਦੇ ਉੱਤੇ ਐਮਫਸਾਈਜ਼ ਕੀਤਾ ਸੀ। ਪਿਛਲਾ ਵਾਲਾ ਐਪੀਸੋਡ ਆਪਾਂ ਗੁਰੂ ਜਿਹੜਾ ਵਰਡ ਹੈ ਉਹਨੂੰ ਡਿਸਕਸ ਕਰਨ ਦੇ ਵਿੱਚ ਸਮਝਿਆ ਤਾਂ ਮੈਨੂੰ ਲੱਗਦਾ ਕਿ ਇੱਕ ਬਹੁਤ ਵੱਡਾ ਵਰਡ ਹੈ। ਜਦੋਂ ਮੈਂ ਕਹਿ ਦਿੰਦੀ ਹਾਂ ਕਿ ਸਮਝਣ ਦੀ ਕੋਸ਼ਿਸ਼ ਕੀਤੀ ਸੀ, ਇਹ ਮੇਰੀ ਗਲਤੀ ਹੋ ਜਾਂਦੀ ਆ, ਕਿਉਂਕਿ ਗੁਰੂ ਦੇ ਜਿਹੜੇ ਮਾਇਨੇ ਆ ਨਾ, ਉਹਨੂੰ ਸਮਝ ਲੈਣਾ ਉਹ ਇੱਕ ਪ੍ਰੈਕਟੀਕਲ ਕਿਰਿਆ ਆ, ਉਹ ਪ੍ਰੈਕਟੀਕੈਲਿਟੀ ਦੇ ਵਿੱਚੋਂ ਨਿਕਲ ਕੇ ਆਊਗਾ। ਆਪਾਂ ਗੱਲਾਂ ਬਾਤਾਂ ਗੁਰੂ ਨੂੰ ਸਮਝ ਨਹੀਂ ਸਕਦੇ। ਆਪਾਂ ਹਾਂ ਇਹ ਜ਼ਰੂਰ ਆ ਕਿ ਅਸੀਂ ਗੁਰੂ ਦੀ ਮਹੱਤਵਤਾ ਕੀ ਆ ਉਹਨੂੰ ਡਿਸਕਸ ਕਰਨ ਦੀ ਕੋਸ਼ਿਸ਼ ਕਰ ਸਕਦੇ ਹਾਂ, ਜੋ ਕਿ ਮੈਂ ਤੁਹਾਡੇ ਨਾਲ ਕੋਸ਼ਿਸ਼ ਕਰਦੀ ਹੁੰਦੀ ਹਾਂ ਕਿ ਮੈਂ ਤੁਹਾਡੇ ਨਾਲ ਇਹ ਡਿਸਕਸ ਕਰ ਸਕਾਂ, ਜੋ ਕਿ ਜਿੰਨਾ ਕੁ ਮੈਨੂੰ ਸਮਝ ਆਉਂਦੀ ਹੈ। ਫਿਰ ਕਿਉਂਕਿ ਮੈਨੂੰ ਸਭ ਤੋਂ ਵਧੀਆ ਗੱਲ ਜਿਹੜੀ ਲੱਗਦੀ ਹੋਏ ਕਿ ਤੁਹਾਡੀ ਜਿਹੜੀਆਂ ਈਮੇਲਸ ਆਉਂਦੀਆਂ ਆ ਉਹਦੇ ਵਿੱਚ ਤੁਸੀਂ ਵੀ ਆਪਣਾ ਇਨਪੁਟ ਦਿੰਦੇ ਆ। ਸੋ ਆਪਾਂ ਇੱਕ ਦੂਸਰੇ ਤੋਂ ਸਿੱਖਦੇ ਰਹੀਏ, ਇਸ ਪਲੇਟਫਾਰਮ ਦਾ ਮਤਲਬ ਹੀ ਇਹ ਸੀ। ਖੈਰ, ਜਦੋਂ ਅਸੀਂ ਗੁਰੂ ਸ਼ਬਦ, ਇਸ ਕਰਕੇ ਜਦੋਂ ਵੀ ਮੈਂ ਕਹਾਂ ਕਿ ਆਪਾਂ ਸਮਝਣ ਦੀ ਕੋਸ਼ਿਸ਼ ਕੀਤੀ ਆ, ਤੁਸੀਂ ਸਮਝ ਲਿਆ ਕਰੋ ਕਿ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਆਪਾਂ ਡਿਸਕਸ ਕੀਤਾ ਆ। ਅਸੀਂ ਡਿਸਕਸ ਹੀ ਕਰ ਸਕਦੇ ਹਾਂ, ਬਾਕੀ ਸਾਰਾ ਕੁਛ ਪ੍ਰੈਕਟੀਕੈਲਿਟੀ ਦੇ ਵਿੱਚੋਂ ਨਿਕਲਣਾ। ਗੁਰੂ ਸ਼ਬਦ ਦੀ ਜਿਹੜੀ ਆਪਾਂ ਪਿਛਲੇ ਐਪੀਸੋਡ ਦੇ ਵਿੱਚ ਜਿਹੜੀ ਗੱਲ ਕੀਤੀ ਸੀਗੀ, ਅਤੇ ਉਹਦਾ ਇੱਕ ਬਰੀਫ ਰੀਕੈਪ ਜਿਹਾ ਇਹ ਆ ਕਿ ਆਪਾਂ ਇੱਕ ਗੱਲ ਕੀਤੀ ਸੀ ਕਿ ਗੁਰੂ ਨਾਨਕ ਪਾਤਸ਼ਾਹ, ਕਿਉਂਕਿ ਸਾਡੀ ਗੱਲ ਤਾਂ ਗੁਰੂ ਨਾਨਕ ਤੋਂ ਸ਼ੁਰੂ ਹੋਣੀ ਆ। ਅਸੀਂ ਕੁਛ ਵੀ ਕਹਾਂਗੇ ਉਹ ਸਾਨੂੰ ਗੁਰੂ ਨਾਨਕ ਕੋਲੋਂ ਪੁੱਛਣਾ ਪੈਣਾ, ਸਾਨੂੰ ਗੁਰੂ ਨਾਨਕ ਦੇ ਘਰ ਜਾਣਾ ਪੈਣਾ ਕਿ ਗੁਰੂ ਪਾਤਸ਼ਾਹ ਕੀ ਕਹਿੰਦੇ ਨੇ ਉਸ ਚੀਜ਼ ਬਾਰੇ। ਤਾਂ ਜਦੋਂ ਅਸੀਂ ਗੁਰੂ ਨਾਨਕ ਕੋਲੋਂ ਪੁੱਛਿਆ ਕਿ ਗੁਰੂ ਨਾਨਕ ਪਾਤਸ਼ਾਹ ਦਾ ਗੁਰੂ ਕੌਣ ਆ, ਕਿਉਂਕਿ ਜਿਹੜੀਆਂ ਕੁਐਸਚਨਸ ਚੱਲਦੇ ਆ, ਹੈ ਨਾ, ਕਿ ਸਿੱਖਾਂ ਦੇ ਗੁਰੂ ਔਰ ਫਿਰ ਜਿਹੜੇ ਕਨਫਿਊਜ਼ਨਸ ਪਾਈਆਂ ਜਾਂਦੀਆਂ ਆ ਕਿ ਗੁਰੂ ਨਾਨਕ ਦਾ ਵੀ ਤਾਂ ਕੋਈ ਗੁਰੂ ਸੀ, ਤਾਂ ਆਪਾਂ ਉਸ ਲੈਵਲ 'ਤੇ ਜਾ ਕੇ ਇਸ ਕੁਐਸਚਨ ਨੂੰ ਟੈਕਲ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਗੁਰੂ ਨਾਨਕ ਦਾ ਗੁਰੂ ਕੌਣ ਆ। ਤਾਂ ਫਿਰ ਜਦੋਂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਸ਼ਬਦ ਗੁਰੂ ਸੁਰਤ ਧੁਨ ਚੇਲਾ, ਤਾਂ ਉਹਦਾ ਮਤਲਬ ਕੀ ਆ, ਉਹਦੇ ਮਾਇਨੇ ਕੀ ਆ, ਸ਼ਬਦ ਗੁਰੂ ਕੌਣ ਆ, ਕਿਵੇਂ ਆ, ਇਹ ਆਪਾਂ ਪਿਛਲੇ ਬੜਾ ਬਰੀਫ ਜਿਹੜਾ ਉਹ ਡਿਸਕਸ਼ਨ ਕੀਤੀ ਸੀਗੀ। ਅੱਜ ਆਪਾਂ ਇਸੇ ਡਿਸਕਸ਼ਨ ਨੂੰ ਅੱਗੇ ਤੋਰਾਂਗੇ। ਮੈਨੂੰ ਲੱਗਦਾ ਕਿ ਆਉਣ ਵਾਲੇ ਕੁਛ ਹੋਰ 2-3 ਐਪੀਸੋਡ ਸ਼ਾਇਦ ਮੈਨੂੰ ਇਸੇ ਚੀਜ਼ ਦੇ ਉੱਪਰ ਲਾਉਣੇ ਪੈਣਗੇ, ਕਿਉਂਕਿ ਹਰ ਇੱਕ ਅੱਖਰ ਆਪਣੇ ਆਪ ਦੇ ਵਿੱਚ ਬਹੁਤ ਕੁਛ ਸਮਾ ਕੇ ਬੈਠਾ ਹੋਇਆ, ਹੈ ਨਾ। ਇਹ ਇੰਝ ਆ ਕਿ ਜਿੱਦਾਂ ਗੁਰੂ ਪਾਤਸ਼ਾਹ ਨੇ ਸਾਨੂੰ ਇੱਕ ਸਮੁੰਦਰ ਜਿਹੜਾ ਆ ਉਹ ਕੁੱਜੇ 'ਚ ਪਾ ਕੇ ਤੇ ਸਾਨੂੰ ਦੇ ਦਿੱਤਾ ਕਿ ਇਹਨੂੰ ਹੁਣ ਤੁਸੀਂ ਡੀਕੋਡ ਕਰਦੇ ਰਹੋ। ਗੁਰਬਾਣੀ ਆਪਣੇ ਆਪ ਦੇ ਵਿੱਚ ਸਮੁੰਦਰ ਆ, ਹਰ ਇੱਕ ਅੱਖਰ ਦੇ ਵਿੱਚ ਤੁਹਾਨੂੰ ਇੰਨਾ ਕੁਛ ਨਜ਼ਰ ਆਉਂਦਾ ਹੈ, ਇੰਨਾ ਕੁਛ ਪਤਾ ਲੱਗਦਾ ਆ ਕਿ ਉਹਦੇ ਵਿੱਚ ਸਾਨੂੰ ਇਹ ਸਵਾਲ ਕਰਨੇ ਪੈ ਜਾਂਦੇ ਆ ਕਿ ਮੱਤ ਕਿੱਥੋਂ ਤੱਕ ਲੈ ਕੇ ਜਾਈਏ, ਆਪਾਂ ਕਿੰਨਾ ਕੁ ਸਮਝ ਸਕਦੇ ਹਾਂ। ਫਿਰ ਇੰਨਾ ਕੁ ਗੱਲ ਕਹਿ ਕੇ ਮੇਰੇ ਵਰਗਾ ਛੁੱਟ ਜਾਂਦਾ, ਤੂੰ ਵੱਡਾ ਸਮਰੱਥ ਮੇਰੀ ਮੱਤ ਥੋੜ੍ਹੀ ਰਾਮ, ਹੈ ਨਾ। ਆਪਣੀ ਮੱਤ ਥੋੜ੍ਹੀ ਆ, ਪਰ ਜਿੰਨੀ ਕੁ ਵੀ ਹੈ ਉਸ ਹਿਸਾਬ ਨਾਲ ਵੀ ਜੇ ਆਪਾਂ ਓਨਾ ਹੀ ਸਮਝ ਲਈਏ ਨਾ, ਜੋ ਗੁਰੂ ਨੇ ਸਾਨੂੰ ਪੂਰਨੇ ਪਾ ਕੇ ਦਿੱਤੇ, ਆਪਾਂ ਉਹਨੂੰ ਥੋੜ੍ਹਾ ਬਹੁਤ ਫੋਲੋ ਕਰਨ ਦੀ ਕੋਸ਼ਿਸ਼ ਕਰ ਲਈ, ਤਾਂ ਮੈਨੂੰ ਲੱਗਦਾ ਹੈ ਕਿ ਬਹੁਤ ਕੁਛ ਸਾਡੀਆਂ ਜ਼ਿੰਦਗੀਆਂ ਨੂੰ ਬਹੁਤ ਇੱਕ ਗਹਿਰੀ ਸੇਧ ਮਿਲ ਸਕਦੀ ਆ। ਖੈਰ, ਹੁਣ ਇੱਕ ਮੈਂ ਜਦੋਂ
ਗੱਲ ਕੀਤੀ ਸੀ ਪਿਛਲੀ ਵਾਰੀ ਤਾਂ ਮੈਂ ਇਹ ਗੱਲ ਕਹੀ ਸੀ ਕਿ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਸ਼ਬਦ ਗੁਰੂ ਸੁਰਤ ਧੁਨ ਚੇਲਾ, ਤੇ ਇਸੇ ਲਾਈਨ ਦੇ ਉੱਪਰ ਚੱਲਦੇ ਚੱਲਦੇ 10ਵੇਂ ਪਾਤਸ਼ਾਹ ਨੇ ਸਿੱਖਾਂ ਦਾ ਗੁਰੂ ਸ਼ਬਦ ਨੂੰ ਓਫੀਸ਼ੀਅਲੀ ਥਾਪ ਦਿੱਤਾ। ਤਾਂ ਇੱਕ ਬੜਾ ਇੰਟਰਸਟਿੰਗ ਕੁਐਸਚਨ ਆਇਆ ਕਿ ਗੁਰੂ ਨਾਨਕ ਨੇ ਸਿੱਧਾ ਕਿਉਂ ਨਹੀਂ ਸਿੱਖਾਂ ਦਾ ਗੁਰੂ ਜਿਹੜਾ ਉਹ ਸ਼ਬਦ ਗੁਰੂ ਥਾਪ ਦਿੱਤਾ, ਹੈ ਨਾ। ਉਹਨਾਂ ਨੇ 10 ਗੁਰੂ ਸਾਹਿਬਾਨਾਂ ਦੀ ਲੋੜ ਕਿਉਂ ਪਈ ਵਿਚਕਾਰ, ਫਿਰ 10ਵੇਂ ਗੁਰੂ ਨੇ ਥਾਪਿਆ, ਇਹ ਕਿਉਂ? ਔਰ ਬੜਾ ਇੰਟਰਸਟਿੰਗ ਕੁਐਸਚਨ ਆ। ਹੁਣ ਇਸ ਕੁਐਸਚਨ ਨੂੰ ਟੈਕਲ ਕਰਨ ਨੂੰ ਤੁਹਾਨੂੰ 2 ਚੀਜ਼ਾਂ ਦਾ ਧਿਆਨ ਰੱਖਣਾ ਪਊਗਾ, 2 ਚੀਜ਼ਾਂ ਨੂੰ ਸਮਝਣਾ ਪਊਗਾ। ਪਹਿਲੀ ਗੱਲ ਤਾਂ ਇਹ ਕਿ ਇਹ ਸਮਝ ਲਓ, ਔਰ ਮੈਂ ਬਾਰ-ਬਾਰ ਇਹ ਗੱਲ ਕਹਿੰਦੀ ਹਾਂ, ਔਰ ਸ਼ਾਇਦ ਜਦੋਂ ਤੱਕ ਵੀ ਇਹ ਪ੍ਰੋਗਰਾਮ ਚੱਲੂਗਾ ਮੈਂ ਇਹ ਗੱਲ ਬੋਲਦੀ ਰਹੂੰਗੀ, ਤੁਸੀਂ ਕਦੇ ਵੀ ਅਗਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਅੰਡਰਸਟੈਂਡ ਕਰ ਰਹੇ ਜਾਂ ਉਹਨਾਂ ਦਾ ਇਤਿਹਾਸ ਪੜ੍ਹ ਰਹੇ ਆ ਤਾਂ ਤੁਸੀਂ ਉਹਨਾਂ ਨੂੰ ਗੁਰੂ ਨਾਨਕ ਪਾਤਸ਼ਾਹ ਤੋਂ ਅਲੱਗ ਕਰਕੇ ਨਹੀਂ ਵੇਖ ਸਕਦੇ। ਇਹ ਪੋਸੀਬਲ ਨਹੀਂ। ਗੁਰੂ ਨਾਨਕ ਪਾਤਸ਼ਾਹ ਹੀ 10ਵੇਂ ਨਾਨਕ ਨੇ, ਹੈ ਨਾ। ਅਸੀਂ ਵੱਖਰੇ ਵੱਖਰੇ ਨਾਵਾਂ ਨਾਲ ਸੱਦ ਲੈਂਦੇ ਹਾਂ, ਵੈਸੇ ਬਹੁਤੇ ਲੋਕ ਜਿਹੜੇ ਆ ਉਹ ਪਹਿਲੇ ਨਾਨਕ, ਦੂਜੇ ਨਾਨਕ, ਤੀਜੇ ਨਾਨਕ, ਚੌਥੇ ਨਾਨਕ ਇਸ ਤਰੀਕੇ ਨਾਲ ਹੀ ਚੱਲਦੇ, ਔਰ ਪੂਰੀ ਗੁਰਬਾਣੀ ਉੱਤੇ ਨਾਨਕ ਨਾਮ ਦੀ ਮੋਹਰ ਹੈ। ਸੋ ਜਦੋਂ ਆਪਾਂ ਇਹ ਸਮਝਣ ਦੀ ਕੋਸ਼ਿਸ਼ ਕਰੀਏ ਨਾ, ਤੇ ਪਹਿਲਾਂ ਤਾਂ ਇਹ ਜਿਹੜਾ ਕੁਐਸਚਨ ਆ ਕਿ ਗੁਰੂ ਨਾਨਕ ਨੇ ਕਿਉਂ ਨਹੀਂ ਥਾਪਿਆ, ਗੁਰੂ ਗੋਬਿੰਦ ਸਿੰਘ ਨੇ ਕਿਉਂ ਸ਼ਬਦ ਗੁਰੂ ਨੂੰ ਗੁਰੂ ਥਾਪਿਆ, ਤਾਂ ਭਲੇ ਹੋ ਇਹਨੂੰ ਇਸ ਗੱਲ ਨੂੰ ਇਸ ਤਰੀਕੇ ਨਾਲ ਸਮਝ ਲਓ ਕਿ ਗੁਰੂ ਨਾਨਕ ਨੇ ਹੀ 10ਵੇਂ ਜਾਮੇ ਦੇ ਵਿੱਚ ਗੁਰੂ ਥਾਪਿਆ ਹੈ। ਸ਼ਬਦ ਨੂੰ ਗੁਰੂ ਨਾਨਕ ਨੇ ਹੀ 10ਵੇਂ ਜਾਮੇ ਵਿੱਚ ਗੁਰੂ ਥਾਪਿਆ। ਹੁਣ ਜਿਹੜਾ ਕੁਐਸਚਨ ਆ, ਪਰ ਇਹਨੂੰ ਆਪਾਂ ਅਗਰ ਹੋਰ ਤਰੀਕੇ ਨਾਲ ਟੈਕਲ ਕਰੀਏ ਤਾਂ ਇਹਨੂੰ ਸਮਝ ਲਓ, ਗੁਰੂ ਨਾਨਕ ਪਾਤਸ਼ਾਹ ਜਦੋਂ ਕਹਿ ਦਿੰਦੇ ਨੇ ਕਿ ਸ਼ਬਦ ਗੁਰੂ ਸੁਰਤ ਧੁਨ ਚੇਲਾ, ਤੇ ਅਗਲੀ ਗੱਲ ਜਿਹੜੀ ਆ ਉਸ ਤੋਂ ਬਾਅਦ ਆਪਾਂ ਇਹਨੂੰ ਡਿਟੇਲ 'ਚ ਡਿਸਕਸ ਕਰਾਂਗੇ। 5ਵੇਂ ਗੁਰੂ ਪਾਤਸ਼ਾਹ ਬਕਾਇਦਾ ਗੁਰਬਾਣੀ ਦੇ ਵਿੱਚ, ਬਕਾਇਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਇਹ ਦਰਜ ਕਰਦੇ ਨੇ, ਪੋਥੀ ਪਰਮੇਸ਼ਰ ਕਾ ਥਾਨ। ਇਹ ਗੁਰਬਾਣੀ ਦੇ ਵਿੱਚ ਆਉਂਦਾ ਹੈ ਨਾ। ਉਹ ਪੋਥੀ ਨੂੰ ਪਰਮੇਸ਼ਰ ਦਾ ਥਾਨ ਦੱਸਦੇ ਨੇ। ਹੁਣ ਉਹ ਪੋਥੀ ਕੀ ਆ, ਹੈ ਨਾ, ਉਹ ਬਕਾਇਦਾ ਉਹ ਜਿਹੜਾ ਜੋ ਵੀ ਗੁਰਬਾਣੀ ਸੰਯੁਕਤ ਉਹਨਾਂ ਨੇ ਇਕੱਠੀ ਕੀਤੀ ਸੀ, ਜਿਸ ਨੂੰ ਉਹਨਾਂ ਨੇ ਸੰਭਾਲਿਆ ਸੀ, ਹੈ ਨਾ, ਉਹ ਸਾਰੀ ਜਿਹੜੀ ਚੀਜ਼ ਆ ਉਹ ਉਹਨੂੰ ਪੋਥੀ ਕਹਿੰਦੇ ਨੇ, ਔਰ ਪੋਥੀ ਪਰਮੇਸ਼ਰ ਕਾ ਥਾਨ ਦੱਸਦੇ ਨੇ ਉਹ। ਸੋ ਇਹਨੂੰ ਆਪਾਂ ਇੰਝ ਨਾ ਸਮਝੀਏ ਕਿ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਅਤੇ ਉਸ ਤੋਂ ਬਾਅਦ ਫਿਰ ਵਿੱਚ ਕਦੀ ਗੱਲ ਨਹੀਂ ਹੋਈ। ਨਹੀਂ, ਬਕਾਇਦਾ ਜਿਹੜੀ ਗੁਰਬਾਣੀ ਨੂੰ ਸੰਜੋਣਾ, ਇਕੱਠੇ ਕਰਨਾ, ਔਰ 5ਵੇਂ ਪਾਤਸ਼ਾਹ ਤੱਕ ਜਾਣਾ, ਔਰ ਉਸ ਤੋਂ ਬਾਅਦ ਗੁਰੂ ਪਾਤਸ਼ਾਹ ਦਾ ਇਹ ਕਹਿਣਾ ਕਿ ਪੋਥੀ ਪਰਮੇਸ਼ਰ ਕਾ ਥਾਨ, ਇਹ ਸਾਰਾ ਕੰਟੀਨਿਊਟੀ ਦੇ ਵਿੱਚ ਆਉਂਦਾ ਆ। ਔਰ ਉਸ ਤੋਂ ਬਾਅਦ ਫਿਰ ਅੱਗੇ ਚੱਲਦੇ ਕਿਉਂਕਿ ਪੋਥੀ ਜਿਹੜੀ ਆ ਉਹ ਅੱਗੇ ਹੈਂਡ ਟੂ ਹੈਂਡ ਜਾਂਦੀ ਰਹੀ ਆ, ਇਹ ਇਤਿਹਾਸ ਦੱਸਦਾ ਆ। ਔਰ 10ਵੇਂ ਗੁਰੂ ਨੇ ਉਸ ਪੋਥੀ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਰੂਪ ਦੇ ਵਿੱਚ ਸਾਨੂੰ ਗੁਰੂ ਥਾਪ ਦਿੱਤਾ। ਹੁਣ ਦੂਸਰਾ ਜਿਹੜਾ ਇੱਕ ਪਹਿਲਾ ਪਾਰਟ ਤਾਂ ਇਹ ਹੈ, ਤੁਸੀਂ ਇਹਨੂੰ ਇਸ ਤਰੀਕੇ ਨਾਲ ਸਮਝ ਲਓ ਕਿ ਪੋਥੀ ਦੀ ਜਿਹੜੀ ਇੰਪੋਰਟੈਂਸ ਆ ਉਹ ਕਦੀ ਘਟੀ ਨਹੀਂ, ਸ਼ਬਦ ਦੀ ਇੰਪੋਰਟੈਂਸ ਕਿਸੇ ਗੁਰੂ ਨੇ ਘਟਾਈ ਨਹੀਂ, ਸ਼ਬਦ ਦੀ ਇੰਪੋਰਟੈਂਸ ਕੰਟੀਨਿਊਟੀ ਵਿੱਚ ਚੱਲੀ ਆ। ਦੂਸਰਾ ਪੁਆਇੰਟ ਉਹ ਇਹ ਹੈ ਕਿ ਜਦੋਂ ਆਪਾਂ ਇਹ ਗੱਲ ਕਹਿੰਦੇ ਹਾਂ ਕਿ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਸ਼ਬਦ ਗੁਰੂ ਸੁਰਤ ਧੁਨ ਚੇਲਾ, ਇਹ ਮੈਂ ਪਿਛਲੇ ਵਾਰੀ ਵੀ ਕਿਹਾ ਸੀ ਕਿ ਸ਼ਬਦ ਗੁਰੂ ਹੈ ਅਤੇ ਸੁਰਤ ਧੁਨ ਜਿਹੜੀ ਆ ਉਹ ਚੇਲਾ ਹੈ ਨਾ। ਤੇ ਯਾਨੀ ਕਿ ਨਾ ਤਾਂ ਗੁਰੂ ਬੋਡੀ ਹੈ ਅਤੇ ਨਾ ਸੁਰਤ ਜਿਹੜੀ ਆ ਉਹ ਬੋਡੀ ਹੈ, ਨਾ ਚੇਲਾ ਬੋਡੀ ਹੈ ਨਾ। ਸ਼ਬਦ ਜਿਹੜਾ ਉਹ ਗੁਰੂ ਹੈ, ਸੁਰਤ ਧੁਨ ਜਿਹੜੀ ਆ ਉਹ ਚੇਲਾ। ਦੋਵਾਂ ਵਿੱਚ ਹੀ ਬੋਡੀ ਦਾ ਕੋਈ ਮਤਲਬ ਨਹੀਂ, ਇਸ ਸਰੀਰ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ। ਇਹ ਸਿਰਫ ਇੱਕ ਰੈਣ ਬਸੇਰਾ ਜਿਹਦੇ ਵਿੱਚ ਤੁਸੀਂ ਆਉਂਦੇ ਆ, ਆਪਣਾ ਸਮਾਂ ਕੱਟਦੇ ਆ, ਅੱਗੇ ਚਲੇ ਜਾਂਦੇ ਆ, ਪਰ ਇਹ ਜਿਹੜੀ ਤੁਹਾਡੀ ਨਿਰੰਤਰਤਾ ਹੈ ਉਹ ਚੱਲਦੀ ਰਹਿੰਦੀ ਆ ਜਦ ਤੱਕ ਤੁਹਾਡੀ ਜੋਤ ਉਸ ਜੋਤੀ ਦੇ ਵਿੱਚ ਨਹੀਂ ਮਿਲ ਜਾਂਦੀ। ਸੋ ਇੱਕ ਤਾਂ ਇਹ ਗੱਲ ਆ। ਹੁਣ ਇਹਨੂੰ ਇਹ ਸਮਝ ਲਈਏ ਕਿ ਜਦੋਂ ਦੋਨਾਂ ਵਿੱਚ ਹੀ ਬੋਡੀ ਦੀ ਕੌਨਸ਼ੀਅਸ ਖ਼ਤਮ ਕਰਨੀ ਹੋਵੇ ਤਾਂ ਇਹ ਕਿੱਦਾਂ ਪੋਸੀਬਲ ਆ। ਇੱਕ ਆਮ ਇਨਸਾਨ ਜਿਹਨੂੰ ਜਿਹੜਾ ਆਪਣੀ ਆਈਡੈਂਟਿਟੀ ਹੀ ਇਸ ਸਰੀਰ ਤੋਂ ਬਾਹਰ ਨਹੀਂ ਦੱਸ ਸਕਦਾ, ਉਹਨੂੰ ਆਪਣੇ ਸਾਹਮਣੇ ਉਹ ਇਹ ਕਿੱਦਾਂ ਕਹੂਗਾ ਕਿ ਮੇਰੀ ਸੁਰਤ ਜਿਹੜੀ ਆ ਉਹ ਚੇਲਾ। ਉਹਨੂੰ ਬਕਾਇਦਾ ਉਸ ਲੈਵਲ 'ਤੇ ਲੈ ਕੇ ਜਾਣਾ ਪਊਗਾ। ਅਤੇ ਜਿਹੜਾ ਉਹ ਗੁਰੂ ਮਹਾਰਾਜ ਪਹਿਲੇ ਨਾਨਕ ਤੋਂ ਲੈ ਕੇ 10ਵੇਂ ਨਾਨਕ ਤੱਕ ਦਾ ਜਿਹੜਾ ਸਫ਼ਰ ਹੈ, ਉਹ 200-250 ਸਾਲ ਦਾ ਜਿਹੜਾ ਪੀਰੀਅਡ ਹੈ, ਉਹਦੇ ਵਿੱਚ ਤੁਹਾਡੀ ਸੁਰਤ ਨੂੰ ਇੰਨਾ ਡਿਵੈਲਪ ਕੀਤਾ ਗਿਆ। ਇਸ ਤਰੀਕੇ ਨਾਲ ਉਹ ਇੱਕ ਪ੍ਰੋਪਰ ਪ੍ਰੋਜੈਕਟ ਚੱਲਿਆ ਜਿਹਦੇ ਵਿੱਚ ਕਿਵ ਸਚਿਆਰਾ ਹੋਈਏ, ਪਹਿਲੇ ਗੁਰੂ ਨਾਨਕ ਜਿਹੜੇ ਪੁੱਛਦੇ ਨੇ ਕਿਵ ਸਚਿਆਰਾ ਹੋਈਏ, ਅਤੇ ਅਖੀਰ ਤੱਕ ਜਾਂਦੇ ਜਾਂਦੇ ਉਹ ਸਚਿਆਰ ਮਨੁੱਖ ਘੜਿਆ ਗਿਆ। ਇੱਕ ਐਸੀ ਕੌਨਸ਼ੀਅਸ ਦਾ ਮਾਲਕ ਮਨੁੱਖ ਘੜਿਆ ਗਿਆ ਜਿਹੜਾ ਆਪਣੇ ਆਪ ਇਹ ਦੱਸ ਸਕਦਾ ਸੀਗਾ ਕਿ ਮੇਰੀ ਬੋਡੀ ਮੇਰੀ ਕੌਨਸ਼ੀਅਸ ਨਹੀਂ ਆ, ਮੇਰੀ ਬੋਡੀ ਮੇਰੀ ਕੌਨਸ਼ੀਅਸਨੈਸ ਜਿਹੜੀ ਆ ਉਹ ਮੇਰੀ ਬੋਡੀ ਤੋਂ ਬਾਹਰ ਹੈ, ਉਹ ਵੱਡੀ ਆ, ਉਹ ਇੱਕ ਬਹੁਤ ਵੱਡੀ, ਉਹਦਾ ਵਿਸਥਾਰ ਬਹੁਤ ਵੱਡਾ ਆ। ਉਸੇ ਨੂੰ ਦਿਗੰਬਰ ਹੋ ਜਾਣਾ ਕਹਿੰਦੇ ਆ। ਮੈਂ ਬਾਰ-ਬਾਰ ਇਸ ਗੱਲ ਦੇ ਉੱਤੇ ਐਮਫਸਾਈਜ਼ ਕੀਤਾ ਕਿਉਂਕਿ ਦਿਗੰਬਰ ਵਰਡ ਦੇ ਉੱਤੇ ਬੜਾ ਕਲੇਸ਼ ਪੈ ਗਿਆ ਸੀਗਾ।
ਉਸੇ ਚੀਜ਼ ਨੂੰ ਦਿਗੰਬਰ ਹੋ ਜਾਣਾ ਕਹਿੰਦੇ ਜਦੋਂ ਤੁਹਾਡੀਆਂ ਡਾਇਰੈਕਸ਼ਨਸ ਨਾ ਰਹਿ ਜਾਣ, ਜਦੋਂ ਤੁਸੀਂ ਇੱਕ ਕਿਉਂਕਿ ਜਿਹੜਾ ਆਹ ਪੰਜ ਭੌਤਿਕ ਸਰੀਰ ਹੈ ਨਾ, ਤੁਹਾਡੀ ਕੋਈ ਇੱਕ ਡਾਇਰੈਕਸ਼ਨ ਆ। ਤੁਸੀਂ ਅਗਰ ਆਪਣੇ ਆਪ ਨੂੰ ਇੱਕ ਗ੍ਰਾਫ ਦੇ ਉੱਤੇ ਦੱਸਣਾ ਹੋਵੇ ਕਿ ਤੁਸੀਂ ਕਿੱਥੇ ਹੋ, ਤੁਸੀਂ ਆਪਣੇ ਆਪ ਨੂੰ ਦੱਸ ਸਕਦੇ ਆ ਕਿ ਮੈਂ ਆਹ ਜਗ੍ਹਾ ਦੇ ਉੱਤੇ ਹਾਂ। ਪਰ ਜਦੋਂ ਤੁਸੀਂ ਡਾਇਰੈਕਸ਼ਨਲੈਸ ਹੋ ਜਾਂਦੇ, ਡਾਇਰੈਕਸ਼ਨਲੈਸ ਮਤਲਬ ਤੁਹਾਡੀ ਵਿਸਥਾਰ ਇੰਨਾ ਹੋ ਜਾਂਦਾ ਆ ਕਿ ਤੁਸੀਂ ਕਿਸੇ ਵੀ ਇੱਕ ਦਿਸ਼ਾ ਦੇ ਵਿੱਚ ਬੰਨੇ ਨਹੀਂ ਰਹਿੰਦੇ, ਤੁਸੀਂ ਕਿਸੇ ਟਾਈਮ ਦੇ ਵਿੱਚ ਬੰਦੇ ਨਹੀਂ ਰਹਿੰਦੇ, ਤੁਸੀਂ ਟਾਈਮ ਔਰ ਸਪੇਸ ਦੇ ਫਲਸਫੇ ਤੋਂ ਦੂਰ ਹੋ ਜਾਂਦੇ ਆ, ਉਹਨੂੰ ਦਿਗੰਬਰ ਹੋ ਜਾਣਾ ਕਹਿ ਦਿੰਦੇ ਆ। ਹੁਣ ਇਹੋ ਜਿਹਾ ਮਨੁੱਖ ਔਰ ਉਸ ਲੈਵਲ ਤੱਕ ਕੌਨਸ਼ੀਅਸ ਲੈ ਕੇ ਜਾਣਾ ਉਹ ਰਾਤੋਂ ਰਾਤ ਨਹੀਂ ਹੋ ਸਕਦਾ ਸੀ, ਖਾਸ ਤੌਰ 'ਤੇ ਉਹਨਾਂ ਲੋਕਾਂ ਦੇ ਵਿੱਚ ਜਿਹੜੇ ਲੋਕ ਹਰ ਤਰ੍ਹਾਂ ਦੇ ਕਰਮਕਾਂਡ ਵਿੱਚ ਫਸੇ ਹੋਏ ਸੀ। ਔਰ ਕਰਮਕਾਂਡ ਵੀ ਇਹ ਆਪਾਂ ਪਹਿਲੀਆਂ ਐਪੀਸੋਡਸ ਦੇ ਵਿੱਚ ਡਿਸਕਸ਼ਨ ਕੀਤੀ ਆ ਕਿ ਕਰਮਕਾਂਡ ਕਦੋਂ ਜਿਹੜਾ ਹੈ ਉਹ ਕਰਮਕਾਂਡ ਜਿਹੜਾ ਆ ਉਹ ਇੱਕ ਤਰ੍ਹਾਂ ਨਾਲ ਭੁਲੇਖਾ ਬਣ ਜਾਂਦਾ, ਇੱਕ ਤਰ੍ਹਾਂ ਦੇ ਨਾਲ ਅੰਧ ਵਿਸ਼ਵਾਸ ਬਣ ਜਾਂਦਾ। ਜਦੋਂ ਤੁਸੀਂ ਉਹਦੇ ਵਿੱਚੋਂ ਜਿਹੜੇ ਆ ਉਹਦੀ ਜਿਹੜੀ ਪ੍ਰੈਕਟੀਕੈਲਿਟੀ ਆ ਉਹਨੂੰ ਬਾਹਰ ਕੱਢ ਦਿੰਦੇ ਆ, ਉਦੋਂ ਉਹ ਕਰਮਕਾਂਡ ਜਿਹੜਾ ਆ ਉਹ ਕਰਮਕਾਂਡ ਬਣ ਜਾਂਦਾ ਜਿਹਨੂੰ ਗੁਰੂ ਨਾਨਕ ਮਨਾ ਕਰਦੇ ਆ। ਹੁਣ ਇਸ ਚੀਜ਼ ਨੂੰ ਜਦੋਂ ਆਪਾਂ ਅੱਗੇ ਸਮਝਾਂਗੇ ਤਾਂ ਮੈਂ ਕੋਸ਼ਿਸ਼ ਕਰ ਰਹੀ ਸੀਗੀ ਕਿ ਗੁਰੂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਅਰਦਾਸ ਕਰ ਰਹੀ ਸੀ ਕਿ ਮੈਨੂੰ ਕੋਈ ਐਸਾ ਇੱਕ ਰਾਹ ਦਿਖਾਓ ਜਿਹਦੇ ਨਾਲ ਮੈਂ ਇਹਨੂੰ ਇੱਕ ਪ੍ਰੋਪਰ ਤਰੀਕੇ ਨਾਲ ਡੀਲ ਕਰ ਸਕਾਂ, ਹੈ ਨਾ। ਅਗਰ ਸਵਾਲ ਆਇਆ ਤਾਂ ਉਹਨੂੰ ਆਨਸਰ ਦਿੱਤਾ ਜਾ ਸਕੇ। ਹੁਣ ਗੁਰਬਾਣੀ ਸਾਰੀ ਡੀਕੋਡੀਫਾਈ ਕਰਨ ਵਾਲੀ ਗੱਲ ਆ, ਕਿਉਂਕਿ ਗੁਰਬਾਣੀ ਜਿਹੜੀ ਆ ਉਹ ਬੜੀ ਸਰਲ ਵੀ ਹੈ ਔਰ ਉਹ ਬੜਾ ਕਿਉਂਕਿ ਗਹਿਰਾ ਸਮੁੰਦਰ ਆ, ਹੈ ਨਾ, ਤੁਹਾਨੂੰ ਉਹਦੇ ਵਿੱਚ ਟੁੱਬੀ ਵੀ ਮਾਰਨੀ ਪੈਂਦੀ ਆ। ਤਾਂ ਮੈਨੂੰ ਇੱਕ ਸ਼ਬਦ ਜਿਹੜਾ ਆ ਉਹ ਮੈਨੂੰ ਲੱਗਦਾ ਕਿ ਮੈਂ ਤੁਹਾਡੇ ਨਾਲ ਉਹੀ ਡਿਸਕਸ ਕਰ ਲਾਂ ਤਾਂ ਆਪਾਂ ਸਮਝ ਜਾਵਾਂਗੇ ਕਿ ਗੁਰੂ ਨਾਨਕ ਪਾਤਸ਼ਾਹ ਜਿਹੜੇ ਪਹਿਲੇ ਨਾਨਕ ਨੇ ਉਹਨਾਂ ਨੇ ਹੀ ਕਿਉਂ ਇੱਕਦਮ ਸ਼ਬਦ ਗੁਰੂ ਸਥਾਪਿਤ ਨਹੀਂ ਕਰ ਦਿੱਤਾ, ਕਿਉਂ 10 ਗੁਰੂਆਂ ਦੀ ਜ਼ਰੂਰਤ ਪਈ ਔਰ ਫਿਰ ਜਿਹੜੇ ਨੇ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਕੋਲ ਗੁਰੂ ਦੀ ਪਦਵੀ ਦੇ ਉੱਤੇ ਸਥਾਪਿਤ ਹੁੰਦੇ ਨੇ। ਹੁਣ ਦੇਖੋ ਪਹਿਲਾਂ ਤਾਂ ਕਿਉਂਕਿ ਜਿੱਦਾਂ ਆਪਾਂ ਪਹਿਲਾਂ ਹੀ ਗੱਲ ਕਰ ਚੁੱਕੇ ਕਿ ਪਹਿਲੇ ਨਾਨਕ ਦੇ ਸਮੇਂ, ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਜਿਹੋ ਜਿਹੇ ਲੋਕ ਸੀ ਉਹ ਕਰਮ ਕਾਂਡਾਂ ਦੇ ਵਿੱਚ ਫਸੇ ਹੋਏ, ਡਰੇ ਹੋਏ, ਸਹਿਮੇ ਹੋਏ ਲੋਕ ਸੀ, ਹੈ ਨਾ। ਔਰ ਡਰੇ ਸਿਰਫ ਇਸ ਕਰਕੇ ਨਹੀਂ ਕਿਉਂਕਿ ਧਾੜਵੀ ਉਹਨਾਂ ਉੱਤੇ ਆ ਕੇ ਹਮਲੇ ਕਰਦੇ ਸੀ, ਉਹ ਆਪਣੇ ਆਪ ਵਿੱਚ ਵੀ ਡਰੇ ਹੋਏ ਸੀਗੇ। ਉਹ ਹਰ ਇੱਕ ਤਰੀਕੇ ਦੇ ਨਾਲ ਉਹ ਚਾਹੁੰਦੇ ਸੀਗੇ ਕਿ ਕੋਈ ਦੈਵੀ ਸ਼ਕਤੀਆਂ ਹੀ ਆ ਕੇ ਉਹਨਾਂ ਨੂੰ ਬਚਾਉਣ। ਆਪਣੇ ਆਪ ਦੇ ਵਿੱਚ ਉਹਨਾਂ ਕੋਲ ਕੌਨਫੀਡੈਂਸ ਨਹੀਂ ਸੀ ਕਿ ਉਹ ਆਪਣੇ ਵਾਸਤੇ ਇੱਕ ਸਟੈਂਡ ਲੈ ਸਕਦੇ। ਹੁਣ ਗੁਰੂ ਨਾਨਕ ਪਾਤਸ਼ਾਹ ਉਹਨਾਂ ਨੂੰ ਹਲੂਣਾ ਦਿੰਦੇ ਨੇ, ਹੈ ਨਾ। ਔਰ ਹਲੂਣਾ ਦੇਣ ਤੋਂ ਬਾਅਦ ਫਿਰ ਉਹ ਬਕਾਇਦਾ ਦੱਸਦੇ ਨੇ ਕਿ ਕਰਮ ਕਾਂਡ ਕਿੱਥੋਂ ਤੱਕ ਜਿਹੜੇ ਨੇ ਉਹ ਤੁਹਾਨੂੰ ਗੁੰਮਰਾਹ ਕਰਦੇ ਨੇ। ਗੁਰੂ ਪਾਤਸ਼ਾਹ ਕਹਿੰਦੇ ਨੇ ਤਨ ਬਸੰਤਰ ਹੋਮੀਏ ਇੱਕ ਰੱਤੀ ਤੁੱਲ ਕਟਾਈ, ਮਤਲਬ ਕਿ ਜੇ ਮੈਂ ਆਪਣੀ ਬੋਡੀ ਨੂੰ ਪੀਸਿਸ ਵਿੱਚ ਕੱਟ ਕਰਕੇ ਉਹਨਾਂ ਨੂੰ ਬਰਨ ਕਰਦਾ, ਉਹਨਾਂ ਨੂੰ ਸਾੜ ਵੀ ਦੇਵਾਂ ਅੱਗ ਦੇ ਵਿੱਚ, ਹੋਮ ਦੇ ਵਿੱਚ ਅਗਰ ਮੈਂ ਉਹਨੂੰ ਸਾੜ ਵੀ ਦੇਵਾਂ, ਤਨ ਮਨ ਸਮਝਦਾ ਜੇ ਕਰੀ ਅਨਦਿਨ ਅਗਨ ਜਲਾਏ, ਜੇ ਮੈਂ ਦਿਨ ਰਾਤ ਸਮਾਧ ਕਰਕੇ ਆਪਣਾ ਤਨ ਮਨ ਜਿਹੜਾ ਉਹ ਉਸ ਅੱਗ ਦੇ ਵਿੱਚ ਜਲਾ ਵੀ ਦੇਵਾਂ। ਹਰ ਨਾਮੇ ਤੁਲ ਨਾ ਪੁੱਜਈ ਜੇ ਲੱਖ ਕੋਟ ਕਰਮ ਕਮਾਏ, ਮੈਂ ਲੱਖਾਂ ਕੋਟੀ ਕਰਮ ਕਮਾਈ ਜਾਵਾਂ, ਪਰ ਉਸ ਹਰ ਦੇ ਨਾਮ ਤੱਕ, ਉਸ ਇੱਕ ਜਿਹੜਾ ਜਿਹਦਾ ਰੂਪ ਨਾ ਰੰਗ ਨਾ ਰੇਖ ਕਿਛ, ਉੱਥੋਂ ਤੱਕ ਮੈਂ ਨਹੀਂ ਪਹੁੰਚ ਸਕਦਾ। ਅਰਧ ਸਰੀਰ ਕਟਾਇਆ ਸਿਰ ਕਰਵਤ ਧਰਾਏ, ਚਾਹੇ ਮੈਂ ਅੱਧਾ ਸਰੀਰ ਕਟਾ ਕੇ ਔਰ ਮੈਂ ਆਪਣਾ ਜਿਹੜਾ ਸਿਰ ਆ ਉਹਦੇ ਉੱਤੇ ਵੀ ਆਰਾ ਚਲਵਾ ਦੇਵਾਂ। ਤਨ ਹੈਮੰਚਲ ਗਾਲੀਏ ਵੀ ਮਨ ਰੋਗ ਨਾ ਜਾਏ, ਫਿਰ ਵੀ ਜੇ ਮੈਂ ਤਨ ਨੂੰ ਆਪਣੇ ਨੂੰ ਹਿਮਾਲਿਆ ਮਤਲਬ ਹਿਮਾਲਿਆ ਦੇ ਵਿੱਚ ਜਿਹੜੀਆਂ ਠੰਡ ਬਰਫ਼ ਦੇ ਵਿੱਚ ਵੀ ਲਾ ਲਵਾਂ, ਤਦ ਵੀ ਜਿਹੜਾ ਮੇਰੇ ਮਨ ਦਾ ਰੋਗ ਹੈ ਨਾ, ਮਨ ਦਾ ਰੋਗ ਕੀ ਈਗੋ, ਉਹ ਨਹੀਂ ਜਾਂਦਾ। ਹੁਣ ਇੱਥੇ ਸਾਰਾ ਕੁਛ ਜੇ ਤੁਸੀਂ ਇਹਨੂੰ ਧਿਆਨ ਨਾਲ ਸਟੈਪ ਬਾਏ ਸਟੈਪ ਫੋਲੋ ਕਰੋ ਤਾਂ ਗੁਰੂ ਪਾਤਸ਼ਾਹ ਜਿਹੜੇ ਨੇ ਇੱਕ ਤੋਂ ਬਾਅਦ ਤੁਹਾਨੂੰ ਇਹ ਦੱਸ ਰਹੇ ਨੇ ਕਿ ਕਿਹੜੇ ਕਰਮ ਕਾਂਡ ਉਸ ਟਾਈਮ 'ਤੇ ਪ੍ਰਚਲਿਤ ਸੀ। ਔਰ ਉਹਨਾਂ ਦੇ ਵਿੱਚ ਇਵੇਂ ਹੀ ਸੀਗਾ ਨਾ, ਕਿਉਂਕਿ ਜੋਗੀ ਜਿਹੜੇ ਆ ਉਹ ਪਰਵਤਾਂ 'ਤੇ ਚੜ੍ਹ ਜਾਂਦੇ ਸੀਗੇ ਔਰ ਚਲੇ ਜਾਂਦੇ ਸੀ। ਕੋਈ ਠੰਡ ਦੇ ਵਿੱਚ ਬਰਫ਼ ਦੇ ਵਿੱਚ ਲੱਗਾ ਕਰ ਰਿਹਾ ਹੈ, ਕੋਈ ਆਪਣੇ ਆਪ ਨੂੰ ਅਗਨ ਦੇ ਵਿੱਚ ਜਾਲ ਰਿਹਾ, ਉਹ ਸਾਰੇ ਤਰੀਕੇ ਦੇ ਨਾਲ ਦੱਸਦੇ ਨੇ। ਪਰ ਉਹ ਕਹਿੰਦੇ ਨੇ ਕਿ ਮੇਰੇ ਜਿਹੜੇ ਮਨ ਦਾ ਰੋਗ ਹੈ ਉਹ ਗਿਆ ਨਹੀਂ। ਅਗਲੀ ਲਾਈਨ ਜਿਹੜੀ ਆ ਉਹ ਕਹਿੰਦੇ ਨੇ ਹਰ ਨਾਮੇ ਤੁਲ ਨਾ ਪੁੱਜਈ ਸਭ ਡਿੱਠੀ ਠੋਕ ਵਜਾਏ। ਉਹ ਕਹਿੰਦੇ ਕਿ ਸਾਰਾ ਕੁਝ ਕਰਨ ਤੋਂ ਬਾਅਦ ਇਸ ਗੱਲ ਦੇ ਉੱਤੇ ਸਿੱਟੇ 'ਤੇ ਮੈਂ ਪਹੁੰਚਿਆ ਕਿ ਇਹਦੇ ਨਾਲ ਨਾਮ ਦੇ ਲਾਗੇ ਪਹੁੰਚਿਆ ਵੀ ਨਹੀਂ ਜਾ ਸਕਦਾ, ਹਰ ਦੇ ਨਾਮ ਦੇ ਲਾਗੇ ਪਹੁੰਚਿਆ ਵੀ ਨਹੀਂ ਜਾ ਸਕਦਾ। ਹੁਣ ਇੱਥੇ ਇੱਕ ਗੱਲ ਧਿਆਨ ਦਿਓ ਜੇ ਕਿ ਗੁਰੂ ਨਾਨਕ ਪਾਤਸ਼ਾਹ ਆਪ ਇਹ ਸਭ ਕੁਝ ਨਹੀਂ ਕਰ ਰਹੇ, ਉਹ ਸਿਰਫ ਤੁਹਾਨੂੰ ਸਮਝਾਉਣ ਲਈ ਇਹ ਗੱਲ ਕਹਿ ਰਹੇ ਨੇ ਕਿ ਸਾਰਾ ਕੁਝ ਠੋਕ ਵਜਾ ਕੇ ਦੇਖ ਲਿਆ ਪਰ ਹਰ ਦੇ ਨਾਮ ਤੱਕ ਨਹੀਂ ਪਹੁੰਚਿਆ ਜਾ ਸਕਦਾ। ਅਗਲੀ ਗੱਲ ਹੈ ਕੰਚਨ ਕੇ ਕੋਟ ਦੱਤ ਕਰੀ ਬਹੁ ਹੈਵਰ ਗਵਰਦਾਨ, ਕਿ ਮੈਂ
कैसल्स ऑफ गोल्ड मतलब गोल्ड दे जिहड़ा सोना है कंचन दे मैं किन्ना ही दान कर छड्डिया है ना। पूरे जिहड़े कैसल जिहड़े हुंदे ने महलां दे महल किलियां दे किले जिहड़े ओह दान कर छड्डे। बहुत सारे हॉर्सेस और एलीफेंट्स जिहड़े ने मैं घोड़े ते जिहड़े घोड़े और एलीफेंट्स इन्हां नूं वी चैरिटी विच दित्ता। भूम दान गऊआं कणी भी अंतर गर्भ गुमान ਉਹ ਕਹਿੰਦੇ ਕਿ ਮੈਂ ਗਊਆਂ ਵੀ ਦਾਨ ਕੀਤੀਆਂ ਭੂਮੀ ਵੀ ਦਾਨ ਕੀਤੀ। ਹੁਣ ਇੱਥੇ ਪਹਿਲਾ ਵਾਲਾ ਜਿਹੜਾ ਪਾਰਟ ਸੀਗਾ ਉਹਦੇ ਵਿੱਚ ਉਹਨਾਂ ਤੁਹਾਨੂੰ ਦੱਸਿਆ ਕਿ ਤੁਸੀਂ ਆਪਣੇ ਸਰੀਰ ਦੇ ਉੱਤੇ ਕਸ਼ਟ ਝੱਲ ਕੇ ਤੁਸੀਂ ਇਹ ਸੋਚਦੇ ਹੋ ਤੁਸੀਂ ਹਰ ਦੇ ਨਾਮ ਨੂੰ ਪਾਲੋਗੇ, ਨਹੀਂ ਪਾ ਸਕਦੇ। ਹੁਣ ਇਹਦੇ ਵਿੱਚੋਂ ਦੱਸ ਰਹੇ ਨੇ ਕਿ ਤੁਸੀਂ ਅਗਰ ਸੋਚਦੇ ਹੋ ਮੈਂ ਦਾਨ ਕਰਕੇ ਹਰੀ ਦਾ ਨਾਮ ਪਾਲੂੰਗਾ, ਉਹ ਵੀ ਨਹੀਂ ਹੋ ਸਕਦਾ। ਤੁਸੀਂ ਭੂਮੀ ਵੀ ਦਾਨ ਸੋਨਾ ਵੀ ਦਾਨ ਕੀਤਾ, ਭੂਮੀ ਵੀ ਦਾਨ ਕੀਤੀ ਔਰ ਗਊਆਂ ਵੀ ਦਾਨ ਕੀਤੀਆਂ, ਘੋੜੇ ਔਰ ਹਾਥੀ ਸਭ ਦਾਨ ਕੀਤੇ, ਪਰ ਫਿਰ ਵੀ ਉਹ ਕਹਿੰਦੇ ਕਿ ਉਹ ਜਿਹੜਾ ਮੇਰੇ ਅੰਦਰ ਦਾ ਗੁਮਾਨ ਸੀ ਨਾ ਉਹ ਨਹੀਂ ਮਰਿਆ, ਉਹ ਹੋਰ ਵੱਧਦਾ ਗਿਆ, ਉਹ ਗੁਮਾਨ ਹੋਰ ਵੱਧਦਾ ਗਿਆ ਕਿ ਮੈਂ ਇੰਨਾ ਕੁਛ ਦਾਨ ਕਰ ਸਕਦਾ। ਰਾਮ ਨਾਮ ਮਨ ਬੇਦਿਆ ਗੁਰੂ ਦੀਆ ਸਚਦਾਨ। ਕਹਿੰਦੇ ਕਿ ਸਿਰਫ ਰਾਮ ਦੇ ਨਾਮ ਨਾਲ ਹੀ ਜਦੋਂ ਮਨ ਬੰਨਿਆ ਜਾਊਗਾ ਉਦੋਂ ਹੀ ਸੱਚਾ ਦਾਨ ਤੁਹਾਨੂੰ ਮਿਲ ਸਕਦਾ ਆ। ਮਨ ਹੱਠ ਬੁੱਧੀ ਕੇਤੀਆ, ਇਹ ਵੀ ਇੰਪੋਰਟੈਂਟ ਹੈ। ਮਨ ਹੱਠ ਬੁੱਧੀ ਕੇਤੀਆ केते बेद विचार। वो कहते कि मन हट बड़े अपने आप च जिद्दी हो के कईयां ने केतियां ने ही किन्ने लोगों ने बुद्धि के हिसाब नाल भी विचारन की कोशिश कर ली। हुण देखो तुहाडा शरीर दे उत्ते झल्ले होए कष्ट किसे काम नहीं आए, तुहाडा दान किया होया किसे काम नहीं आया, तुहाडे बुद्धि ला के जिद्दां मेरे वर्गे लोग अक्सर करन की कोशिश करते हैं, वो मंथन करन दा काम कीता उहदे नाल भी कुछ नहीं होया, उहदे नाल भी तुहाडा गुमान वधिया ही आ। केते बंधन जिया के गुरमुख मोख द्वार। वो कहते कि पर वो सारा कुछ पढ़न तो अपनी बुद्धि अपने हੱਠ ਦੇ ਨਾਲ समझण ਦੀ कोशिश ਕਰਨ ਦੇ ਬਾਅਦ ਵੀ ਜਿਹੜੇ ਬੰਧਨ ਨੇ ਮੇਰੇ ਜੀ ਦੇ ਉਹ ਕੱਟੇ ਨਹੀਂ ਗਏ। ਔਰ ਕਿੰਨੇ ਕੱਟੇ ਕਿੰਨੇ ਉਹ ਬੰਧਨ ਕੱਟ ਕੇ ਅੱਗੇ ਪਾ ਲਿਆ। ਕਿਹੜਾ ਮੋਖ ਦੁਆਰ ਹੋਇਆ? ਉਹ ਹੈ ਗੁਰਮੁਖ। ਸਿਰਫ ਗੁਰਮੁਖ ਨੂੰ ਹੀ ਉਹ ਜਿਹੜੇ ਇਹਨਾਂ ਬੰਧਨਾਂ ਤੋਂ ਛੁਟਕਾਰਾ ਮਿਲਿਆ। ਹੁਣ ਗੱਲ ਇਹ ਆ ਇੱਥੋਂ ਤੱਕ ਤਾਂ ਗੁਰੂ ਪਾਤਸ਼ਾਹ ਤੁਹਾਨੂੰ ਗੁਰੂ ਨਾਨਕ ਪਾਤਸ਼ਾਹ, ਹੁਣ ਇਹ ਗੱਲਾਂ ਆਪਾਂ ਤਾਂ ਕਰ ਰਹੇ ਹਾਂ ਕਿਉਂਕਿ ਸਵਾਲ ਇਹ ਆ ਕਿ ਗੁਰੂ ਨਾਨਕ ਨੇ ਕਿਉਂ ਨਾ ਥਾਪ ਦਿੱਤਾ। ਹੁਣ ਗੁਰੂ ਨਾਨਕ ਨੇ ਪਹਿਲਾਂ ਤਾਂ ਤੁਹਾਨੂੰ ਉਸ ਲੈਵਲ 'ਤੇ ਲੈ ਕੇ ਜਾਣਾ ਨਾ, ਅਤੇ ਉਹਦੇ ਵਿੱਚੋਂ ਤੁਸੀਂ ਉਦੋਂ ਫਸੇ ਹੋਏ ਸੀ ਕਰਮ ਕਾਂਡਾਂ ਦੇ ਵਿੱਚ। ਤੁਸੀਂ ਫਸੇ ਹੋਏ ਸੀਗੇ ਜਾਂ ਤਾਂ ਆਪਣੇ ਸਰੀਰ ਦੇ ਉੱਤੇ ਕਸ਼ਟ ਝੱਲ ਕੇ ਰੱਬ ਨੂੰ ਪਾਓ, ਜਾਂ ਦਾਨ ਕਰਕੇ ਰੱਬ ਨੂੰ ਪਾਓ, ਜਾਂ ਪੜ੍ਹ ਕੇ ਰੱਬ ਨੂੰ ਪਾ ਲਓ, ਸਮਝਣ ਦੀ ਕੋਸ਼ਿਸ਼ ਕਰੋ। ਇਹਨਾਂ ਸਾਰੀਆਂ ਚੀਜ਼ਾਂ ਵਿੱਚ ਤੁਸੀਂ ਫਸੇ ਹੋਏ ਸੀਗੇ ਉਦੋਂ। ਔਰ ਉਸ ਸਮੇਂ ਦੇ ਵਿੱਚ ਜਦੋਂ ਜੇ ਉਹ ਤੁਹਾਨੂੰ ਕਹਿੰਦੇ ਕਿ ਆਹ ਗੁਰੂ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਾਂ ਉਹ ਕਹਿੰਦੇ ਕਿ ਸ਼ਬਦ ਗੁਰੂ ਆ, ਅਤੇ ਜਿੱਦਾਂ ਅਸੀਂ ਅੱਜ ਭੁਲੇਖੇ 'ਚ ਪਏ ਹੋਏ ਆ ਨਾ, ਕਿਉਂਕਿ ਅਸੀਂ ਟੁੱਟ ਗਏ, ਅਸੀਂ ਉਹ ਕੰਟੀਨਿਊਟੀ ਵਿੱਚੋਂ ਬਾਹਰ ਹੋ ਚੱਲੇ। ਹੁਣ ਬਿਲਕੁਲ ਇਸ ਤਰੀਕੇ ਨਹੀਂ ਉਦੋਂ ਹੋਣਾ ਸੀਗਾ। ਇਸ ਕਰਕੇ ਤੁਹਾਨੂੰ ਪਹਿਲਾਂ ਇਹ ਦੱਸਣਾ ਜ਼ਰੂਰੀ ਸੀ ਕਿ ਭਾਈ ਨਾ ਤਾਂ ਤੁਹਾਡਾ ਸਰੀਰ ਦੇ ਉੱਤੇ ਚੱਲਿਆ ਹੋਇਆ ਕਸ਼ਟ, ਨਾ ਤੁਹਾਡੇ ਕੀਤੇ ਹੋਏ ਦਾਨ, ਨਾ ਤੁਹਾਡੀ ਅਕਲ ਦੇ ਨਾਲ ਪੜ੍ਹਨ ਦੀ ਕੋਸ਼ਿਸ਼ ਜਿਹੜੀ ਆ ਉਹਨੂੰ ਉਹ ਕਿਸੇ ਕੰਮ ਆ ਸਕਦੀ ਆ। ਫਿਰ ਗੁਰੂ ਮਹਾਰਾਜ ਅਗਲੀ ਜਿਹੜੀ ਮੈਂ ਉਹਨਾਂ ਦੇ ਚਰਨਾਂ ਦੇ ਵਿੱਚ ਬੇਨਤੀ ਕਰਦੀ ਹਾਂ ਕਿ ਪਾਤਸ਼ਾਹ ਜੇ ਇਹ ਨਹੀਂ ਤਾਂ ਫਿਰ ਕੀ। ਹੁਣ ਅਗਲੀ ਜਿਹੜੀ ਲਾਈਨ ਆ ਉਹਨੂੰ ਉਹ ਸ਼ਬਦ ਨੂੰ ਧਿਆਨ ਨਾਲ ਸੁਣਿਓ ਜੇ। ਗੁਰੂ ਪਾਤਸ਼ਾਹ ਕਹਿੰਦੇ ਨੇ ਸੱਚੋ ਉਰੇ ਸਭ ਕੋ ਊਪਰ ਸੱਚ ਆਚਾਰ, ਸਭ ਕੋ ਊਚਾ ਆਖੀਏ ਨੀਚ ਨਾ ਦਿਸੇ ਕੋਏ, ਇੱਕ ਨਾ ਭਾਂਡੇ ਸਾਜੀਏ ਇੱਕ ਚਾਨਣ ਟਹਿਲੋਏ, ਕਰਮ ਮਿਲੇ ਸੱਚ ਪਾਈਏ ਤੁਰ ਬਖਸ਼ ਨਾ ਮੇਟੇ ਕੋਏ। ਹੁਣ ਇਹਨੂੰ ਜਰਾ ਧਿਆਨ ਨਾਲ ਆਪਾਂ ਸਮਝ ਲਈਏ। ਪਹਿਲੇ ਗੁਰੂ ਨਾਨਕ ਜਦੋਂ ਗੁਰੂ ਨਾਨਕ ਪਾਤਸ਼ਾਹ ਤੁਹਾਨੂੰ ਸਮਝਾ ਦਿੰਦੇ ਆ ਕਿ ਇਹਨਾਂ ਚੀਜ਼ਾਂ ਦੇ ਵਿੱਚ ਉਹਨਾਂ ਦੀਆਂ ਜਿੰਨੀਆਂ ਵੀ ਉਦਾਸੀਆਂ ਆ, ਜੇ ਤੁਸੀਂ ਧਿਆਨ ਨਾਲ ਦੇਖੋ ਤਾਂ ਉਹ ਸਾਰੀਆਂ ਇਹੀ ਚੀਜ਼ਾਂ ਨੂੰ ਪ੍ਰੈਕਟੀਕਲੀ ਕਰਕੇ ਦੱਸਣ ਵਾਲੀਆਂ। ਤੁਸੀਂ ਆਪਣੇ ਸਰੀਰਾਂ ਦੇ ਉੱਤੇ ਕਸ਼ਟ ਚੱਲ ਰਹੇ ਆ, ਤੁਸੀਂ ਦਾਨ ਕਰਕੇ ਆਪਣੇ ਆਪ ਨੂੰ ਵੱਡਾ ਸਮਝਦੇ ਆ, ਤੁਸੀਂ ਪੜ੍ਹ ਕੇ ਆਪਣੇ ਆਪ ਨੂੰ ਵੱਡਾ ਸਮਝਦੇ ਆ, ਅਕਲ ਦੇ ਨਾਲ ਵੱਡਾ ਸਮਝਦੇ ਆ। ਇਹ ਸਾਰੀਆਂ ਚੀਜ਼ਾਂ ਨੂੰ ਖੰਡਨ ਕਰਨਾ, ਇਹਨਾਂ ਸਾਰੀਆਂ ਚੀਜ਼ਾਂ ਨੂੰ ਚੈਲੰਜ ਕਰਨਾ ਹੀ ਗੁਰੂ ਨਾਨਕ ਦੀਆਂ ਉਦਾਸੀਆਂ ਦਾ ਜਿਹੜਾ ਧੁਰਾ ਆ, ਐਕਸਿਸ ਆ। ਆਪਾਂ ਚਾਰੇ ਉਦਾਸੀਆਂ ਉਹਨਾਂ ਦੀਆਂ ਪੜ੍ਹ ਕੇ ਦੇਖ ਲਓ ਤਾਂ ਤੁਹਾਨੂੰ ਇਹ ਗੱਲ ਸਮਝ ਲੱਗੂਗੀ ਕਿ ਵਾਕਈ ਪ੍ਰੈਕਟੀਕਲੀ ਉਹਨਾਂ ਨੇ ਇਹ ਚੀਜ਼ਾਂ ਤੋਂ ਮਨਾ ਕੀਤਾ। ਹੁਣ ਜਿਹੜੀ ਉਹ ਗੱਲ ਅਗਲੀ ਕਹਿੰਦੇ ਨੇ ਹੈ ਗੁਰੂ ਨਾਨਕ ਪਾਤਸ਼ਾਹ ਦਾ ਹੀ ਸ਼ਬਦ। ਉਹ ਕਹਿੰਦੇ ਨੇ ਸੱਚੋ ਉਰੇ ਸਭ ਕੋ ਉੱਪਰ ਸੱਚ ਆਚਾਰ, ਕਿ ਸੱਚ ਸਭ ਤੋਂ ਉੱਪਰ ਹੈ, ਪਰ ਉਸ ਤੋਂ ਵੀ ਉੱਪਰ ਸੱਚਾ ਰਹਿਣਾ, ਸੱਚੀ ਜੀਵਨੀ ਹੈ ਨਾ, ਤੁਹਾਡਾ ਜੋ ਸੱਚ ਦੇ ਵਿੱਚ ਤੁਸੀਂ ਜੀਨੇ ਆ ਉਹ ਆ। ਹੁਣ ਇਹ ਜਿਹੜੀ ਚੀਜ਼ ਹੈ ਇਹ ਦੂਜੇ ਪਾਤਸ਼ਾਹ ਤੋਂ ਲੈ ਕੇ ਅੱਗੇ ਸਾਨੂੰ ਨਿਰੰਤਰਤਾ ਦੇ ਵਿੱਚ ਉਹ ਦਿਖਾਇਆ ਗਿਆ, ਉਹ ਪੜ੍ਹਾਇਆ ਗਿਆ, ਪ੍ਰੈਕਟੀਕਲ ਕਰਕੇ ਦਿਖਾਇਆ ਗਿਆ। ਸੱਚ ਦੇ ਉੱਤੇ ਆਪਣੇ ਆਪ ਨੂੰ ਕੁਰਬਾਨ ਹੋਣਾ ਵੀ ਸਿਖਾਇਆ ਗਿਆ। ਗੁਰੂ ਅੰਗਦ ਦੇਵ ਮਹਾਰਾਜ, ਗੁਰੂ ਅਮਰਦਾਸ ਮਹਾਰਾਜ ਅੱਗੇ ਜਦੋਂ
ਆਪਾਂ ਇਹਨਾਂ ਨੂੰ ਅਗਰ ਉਹਨਾਂ ਦੀਆਂ ਜੀਵਨੀਆਂ ਨਿਰੰਤਰਤਾ ਦੇ ਵਿੱਚ ਪੜ੍ਹੀਏ ਤਾਂ ਬਕਾਇਦਾ ਤੁਹਾਨੂੰ ਸੱਚ, ਪਹਿਲਾਂ ਹਲੀਮੀ, ਤੁਹਾਨੂੰ ਨਿਮਰਤਾ, ਤੁਹਾਨੂੰ ਹਰ ਇੱਕ ਤਰੀਕੇ ਦੇ ਨਾਲ ਉਹਦੀ ਰਜ਼ਾ ਵਿੱਚ ਰਹਿਣਾ, ਫਿਰ ਇੱਥੋਂ ਤੱਕ ਵੀ ਕਿ ਉਸੇ ਸੱਚ ਦੇ ਉੱਤੇ ਜਿਹੜਾ ਹੈ ਤੁਹਾਨੂੰ ਸ਼ਹੀਦੀ ਪਾਉਣ ਦਾ ਵੀ ਕਲਾ ਜਿਹੜੀ ਆ ਉਹਨਾਂ ਨੇ ਦੱਸ ਦਿੱਤੀ। ਹੁਣ ਸ਼ਹੀਦੀ ਕੌਣ ਪਾ ਸਕਦਾ, ਜਰਾ ਇਹਨੂੰ ਧਿਆਨ ਨਾਲ ਸੋਚਿਓ ਜੇ। ਸਾਨੂੰ ਮਰਨ ਤੋਂ ਡਰ ਕਿਉਂ ਲੱਗਦਾ ਆ? ਸਾਨੂੰ ਕਿਉਂ ਲੱਗਦਾ ਕਿ ਜੇ ਮੈਂ ਕੁਝ ਕਿਸੇ ਬਾਰੇ ਕੁਝ ਬੋਲਿਆ ਅਤੇ ਉਹ ਅਗਲੇ ਆ ਕੇ ਮੈਨੂੰ ਮਾਰ ਦੇਣਗੇ? ਉਹ ਕਿਉਂ ਲੱਗਦਾ? ਕਿਉਂਕਿ ਸਾਨੂੰ ਲੱਗਦਾ ਕਿ ਸਾਡੀ ਜਿਹੜੀ ਹੋਂਦ ਹੈ ਨਾ ਉਹ ਇਸ ਸਰੀਰ ਨਾਲ ਬੱਝੀ ਪਈ ਆ। ਜਦੋਂ ਤੁਸੀਂ ਇਸ ਗੱਲ ਨੂੰ ਸੋਚਿਓ ਕਿ ਭਾਈ ਤਾਰੂ ਸਿੰਘ ਹੁਣਾਂ ਵਰਗੇ ਜਿਨ੍ਹਾਂ ਦੀ ਖੋਪੜ ਲਹਾਈ ਜਾਣੀ ਸੀਗੀ ਔਰ ਉਹ ਕਹਿੰਦੇ ਕਿ ਸਾਨੂੰ ਬੰਨ੍ਹਣ ਦੀ ਲੋੜ ਨਹੀਂ, ਉਹ ਬਕਾਇਦਾ ਉਹ ਆਪਣਾ ਹੱਥ ਪਿੱਛੇ ਲਾਉਂਦੇ ਆ ਔਰ ਕਹਿੰਦੇ ਤੂੰ ਆਪਣਾ ਕੰਮ ਕਰੀ ਚੱਲ ਭਾਈ, ਮੈਂ ਆਪਣਾ ਕੰਮ ਕਰੀ ਜਾਂਦਾ। ਉਹ ਕੀ ਆ? ਉਹਨਾਂ ਦੀ ਜਿਹੜੀ ਕੌਨਸ਼ੀਅਸਨੈਸ ਆ ਉਹ ਇਸ ਸਰੀਰ ਤੋਂ ਕਿਤੇ ਵੱਡੀ ਹੋ ਚੁੱਕੀ ਆ, ਕਿਤੇ ਬਾਹਰ ਨਿਕਲ ਚੁੱਕੀ ਆ। ਉਹ ਆਪਣੇ ਆਪ ਨੂੰ ਸਿਰਫ ਇਸ ਸਰੀਰ ਦੇ ਨਾਲ ਆਇਡੈਂਟੀਫਾਈ ਨਹੀਂ ਕਰਦੇ। ਉਹ ਇਹ ਨਹੀਂ ਕਹਿੰਦੇ ਕਿ ਮੈਂ ਕੀ ਹਾਂ। ਭਾਈ ਤਾਰੂ ਸਿੰਘ ਸਿਰਫ ਇੱਕ ਸਰੀਰ ਨਹੀਂ ਰਹਿ ਜਾਂਦੇ। ਭਾਈ ਤਾਰੂ ਸਿੰਘ ਜਿਹੜੇ ਆ ਉਹ ਇਸ ਤੋਂ ਕਿਤੇ ਵਿਸ਼ਾਲ ਹੋ ਜਾਂਦੇ ਆ। ਹੈ ਤਾਂ ਫਿਲਮ ਦਾ ਹੀ ਡਾਇਲੋਗ ਵੈਸੇ, ਪਰ ਉਹ ਜਿਹੜੀ ਗੱਲ ਆ ਨਾ ਉਹ ਮੇਰੇ ਬੜੇ ਦਿਲ ਨੂੰ ਵੱਜਦੀ ਆ। ਚਾਰ ਸਾਹਿਬਜ਼ਾਦੇ ਫਿਲਮ ਦੇ ਵਿੱਚ ਉਹ ਗੱਲ ਜਦੋਂ ਛੋਟੇ ਸਾਹਿਬਜ਼ਾਦੇ ਆਉਂਦੇ ਆ ਅਤੇ ਦਾਦੀ ਮਾਂ ਨੂੰ ਕਹਿੰਦੇ ਆ ਕਿ ਸਾਨੂੰ ਇਸ ਤਰੀਕੇ ਨਾਲ ਹੋ ਗਿਆ, ਉਹ ਕਹਿੰਦੇ ਕਿ ਤੁਸੀਂ ਦੁਖੀ ਨਾ ਹੋਵੋ, ਸਾਨੂੰ ਸਿਰਫ ਇਹ ਨੀਹਾਂ 'ਚ ਚਿਰਾਉਣਗੇ ਨਾ, ਮਾਰ ਥੋੜ੍ਹੀ ਦੇਣਗੇ। ਇਹ ਗੱਲ ਜਿਹੜੀ ਹੈ ਬੜੀ ਮੇਰੇ ਦਿਲ ਨੂੰ ਉਦੋਂ ਵੀ ਲੱਗੀ ਸੀ ਔਰ ਹਮੇਸ਼ਾ ਲੱਗਦੀ ਆ ਕਿ ਕਿੱਡੀ ਸੱਚੀ ਗੱਲ ਹੈ। ਨੀਹਾਂ ਦੇ ਚਿਣਨ ਦੇ ਵਿੱਚ ਜਿਹੜਾ ਜੋ ਖਤਮ ਹੋਇਆ ਉਹ ਸਿਰਫ ਸਰੀਰ ਖਤਮ ਹੋਇਆ। ਛੋਟੇ ਸਾਹਿਬਜ਼ਾਦੇ ਤਾਂ ਅੱਜ ਵੀ ਜੀਂਦੇ ਆ ਸਾਡੇ ਸਾਰਿਆਂ ਦੇ ਵਿੱਚ ਕਿਤੇ ਨਾ ਕਿਤੇ, ਹੈ ਨਾ, ਔਰ ਉਹ ਮਰੇ ਨਹੀਂ, ਕਿਉਂਕਿ ਮਰਦਾ ਸਿਰਫ ਸਰੀਰ ਆ। ਇਹ ਪੰਜ ਭੌਤਿਕ ਸਰੀਰ ਜਿਹੜਾ ਇਹ ਖਤਮ ਹੋਣਾ ਹੁੰਦਾ। ਉਹਨਾਂ ਦੀ ਸ਼ਹੀਦੀ ਜਿਹੜੀ ਉਹਨਾਂ ਦੇ ਸਰੀਰ ਨੇ ਸ਼ਹੀਦੀ ਪਾਈ, ਪਰ ਜਿਹੜੀ ਉਹਨਾਂ ਦੀ ਇੱਕ ਸੋਚ ਹੈ, ਜੋ ਉਹਨਾਂ ਦੀ ਆਤਮਾ ਅਤੇ ਪਰਮਾਤਮਾ ਦੀ ਨਿਰੰਤਰਤਾ, ਉਹ ਹਮੇਸ਼ਾ ਪ੍ਰਚੰਡ ਹੋ ਗਈ, ਉਹ ਰਹਿੰਦੀ ਦੁਨੀਆ ਤੱਕ ਰਹੂਗੀ। ਇਹੀ ਜਿਹੜਾ ਫਲਸਫਾ ਹੈ ਤੁਹਾਨੂੰ ਸਮਝਾਉਣ ਦੇ ਲਈ, ਸੱਚੋ ਉਰੇ ਸਭ ਕੋ ਉੱਪਰ ਸੱਚ ਆਚਾਰ, ਇਹ ਸਮਝਾਉਣ ਦੇ ਲਈ ਤੁਹਾਨੂੰ ਸਟੈਪ ਬਾਏ ਸਟੈਪ ਗੁਰੂ ਅੰਗਦ ਦੇਵ ਮਹਾਰਾਜ ਤੋਂ ਲੈ ਕੇ ਗੁਰੂ ਤੇਗ ਬਹਾਦਰ ਮਹਾਰਾਜ ਤੱਕ ਤੁਹਾਨੂੰ ਸਟੈਪ ਬਾਏ ਸਟੈਪ ਉਹਨਾਂ ਨੇ ਖੜਾ ਕਰ ਦਿੱਤਾ ਇਸ ਲੈਵਲ ਤੱਕ। ਇਹ ਗੱਲ ਮੈਂ ਬੜੀ ਵਾਰੀ ਬੋਲੀ ਆ ਔਰ ਇਹ ਗੱਲ ਮੇਰੇ ਦਿਲ ਦੇ ਬੜੀ ਕਰੀਬ ਆ ਕਿ ਪੰਜਵੇਂ ਗੁਰੂ ਜਿਹੜੇ ਆ ਉਹ ਸ਼ਹੀਦ ਹੋ ਰਹੇ ਆ ਔਰ ਸਿੱਖ ਦੇਖ ਰਹੇ ਆ, ਔਰ ਨੌਵੇਂ ਗੁਰੂ ਤੱਕ ਆਉਂਦੇ ਉਹ ਸਿੱਖ ਐਡੇ ਆਪਣੇ ਆਪ ਦੇ ਵਿੱਚ ਇੰਨਾ ਉਹਨਾਂ ਦਾ ਵਿਸਥਾਰ ਹੋ ਗਿਆ, ਇੰਨੇ ਵਿਕਸਿਤ ਹੋ ਗਏ ਕਿ ਜਦੋਂ ਨੌਵੇਂ ਗੁਰੂ ਜਿਹੜੇ ਨੇ ਉਹ ਹੁਣ ਸਿੱਖ ਸ਼ਹੀਦ ਹੁੰਦੇ ਆ ਅਤੇ ਨੌਵੇਂ ਗੁਰੂ ਜਿਹੜੇ ਉਹ ਵੇਖ ਰਹੇ ਨੇ। ਸੋ ਉਹਨਾਂ ਨੇ ਇੰਨਾ ਕੁ ਤੁਹਾਨੂੰ ਆਪਣੇ ਪੈਰਾਂ ਦੇ ਉੱਤੇ ਚੱਲਣ ਦੇ ਕਾਬਲ ਕਰ ਦਿੱਤਾ। ਉਹਨਾਂ ਲੋਕਾਂ ਨੂੰ ਜਿਹੜੇ ਸੋਚਦੇ ਸੀਗੇ ਕਿ ਸਾਨੂੰ ਹਰ ਇੱਕ ਚੀਜ਼ ਤੋਂ ਬਚਾਉਣ ਲਈ ਗੈਬੀ ਸ਼ਕਤੀਆਂ, ਦੈਵੀ ਸ਼ਕਤੀਆਂ ਆਉਣਗੀਆਂ, ਇੰਝ ਹੋ ਜੂਗਾ, ਉਂਝ ਹੋ ਜੂਗਾ, ਉਹਨਾਂ ਨੇ ਉਸ ਲੈਵਲ 'ਤੇ ਲੈ ਗਏ ਕਿ ਉਹਨਾਂ ਦੀ ਨਾ ਸਿਰਫ ਕੌਨਸ਼ੀਅਸਨੈਸ ਓਨੀ ਵੱਧ ਗਈ, ਬਲਕਿ ਇੱਕ ਐਸਾ ਕਿਰਦਾਰ ਖੜਾ ਕਰ ਦਿੱਤਾ ਜਿਹੜਾ ਸੱਚ ਤੋਂ ਉੱਪਰ ਹੈ, ਜਿਹੜਾ ਆਪਣੇ ਆਪ ਦੇ ਵਿੱਚ ਹੀ ਸੱਚ ਦੀ ਪ੍ਰਤੀਕਿਰਿਆ ਆ। ਹੁਣ ਤੁਸੀਂ ਇਹਨੂੰ ਅਗਰ ਅੱਜ ਦੇ ਰੂਪ ਦੇ ਵਿੱਚ ਵੇਖੋ, ਅੱਜ ਦੇ ਸੰਦਰਭ ਦੇ ਵਿੱਚ ਵੇਖੋ, ਪੂਰੀ ਦੁਨੀਆ ਦੇ ਵਿੱਚ ਜਿਹੜਾ ਫਾਰਮਰ ਪ੍ਰੋਟੈਸਟ ਚੱਲ ਰਿਹਾ ਹੈ ਉਹਦੇ ਵਿੱਚ ਇੱਕ ਗੱਲ ਸਾਹਮਣੇ ਆ ਰਹੀ ਆ ਕਿ ਸਿੱਖਾਂ ਨੇ ਉੱਥੇ ਬਹੁਤ ਇੱਕ ਤਰੀਕੇ ਨਾਲ ਕੰਮ ਕੀਤਾ। ਲੰਗਰ ਦੀ ਕੋਈ ਕਮੀ ਨਹੀਂ, ਹਰ ਕਿਸੇ ਵਾਸਤੇ ਰਾਸ਼ਨ ਵੰਡਿਆ ਜਾ ਰਿਹਾ, ਹਰ ਕਿਸੇ ਵਾਸਤੇ ਕੰਬਲ, ਕੋਈ ਊਚ ਨਹੀਂ, ਕੋਈ ਨੀਚ ਨਹੀਂ, ਸਭ ਕੁਝ ਬਰਾਬਰ ਆ। ਉਹ ਕੀ ਆ? ਉਹ ਤੁਹਾਡਾ ਕਿਰਦਾਰ ਡਿਵੈਲਪ ਹੋਇਆ। ਉਸ ਕਿਰਦਾਰ ਤੱਕ ਪਹੁੰਚਣ ਲਈ ਉਹ ਜਿਹੜੇ ਇੰਨਾ ਲੰਬਾ ਸਮਾਂ ਲੱਗਾ, ਜਿਹਨੂੰ ਗੁਰੂ ਪਾਤਸ਼ਾਹ ਕਹਿੰਦੇ ਨੇ ਸੱਚੋ ਉਰੇ ਸਭ ਕੋ ਉੱਪਰ ਸੱਚ ਆਚਾਰ, ਸਭ ਕੋ ਉੱਚਾ ਆਖੀਏ ਨੀਚ ਨਾ ਦਿਸੇ ਕੋਏ। ਜਦੋਂ ਤੁਸੀਂ ਇਸ ਲੈਵਲ 'ਤੇ ਪਹੁੰਚ ਜਾਂਦੇ ਆ, ਹੁਣ ਦੇਖੋ ਜਦੋਂ ਤੁਸੀਂ ਦਾਨ ਕਰਦੇ ਆ ਨਾ, ਜਦੋਂ ਆਪਾਂ ਪਹਿਲੀ ਵਾਲੀ ਜਿਹੜਾ ਸ਼ਬਦ ਉਹਦੇ ਨਾਲ ਆਪਾਂ ਅਗਰ ਇਹਨੂੰ ਕਨੈਕਟ ਕਰਕੇ ਵੇਖੀਏ, ਤੁਸੀਂ ਦਾਨ ਕਰਦੇ ਆ, ਸੋਨਾ ਦਾਨ ਕਰਦੇ, ਤੁਹਾਡੇ ਦਿਮਾਗ 'ਚ ਆਉਂਦਾ ਮੈਂ ਸੋਨਾ ਦਾਨ ਕੀਤਾ। ਜਿਹਨੇ ਹੁਣ ਮੇਰੇ ਵਰਗੇ ਨੇ ਜਾ ਕੇ ਉਹਦੇ ਕੋਲ ਸੋਨਾ ਹੈ ਨਹੀਂ ਦਾਨ ਕਰਨ ਨੂੰ, ਊਚ ਨੀਚ ਆ ਗਈ ਨਾ। ਕਿਸੇ ਨੇ ਇਹ ਸੋਚਿਆ ਕਿ ਮੈਂ ਤਾਂ ਹਿਮਾਲਿਆ 'ਤੇ ਜਾ ਕੇ ਅਤੇ ਮੈਂ ਬਿਲਕੁਲ ਆਪਣੇ ਆਪ 'ਚ ਮੈਂ ਯੋਗੀ ਹਾਂ ਔਰ ਮੈਂ ਬੜਾ ਪਾਵਰਫੁੱਲ ਹੋ ਗਿਆ, ਤਾਂ ਉਹਦੇ ਦਿਮਾਗ 'ਚ ਵੀ ਆ ਗਿਆ ਨਾ ਕਿ ਮੈਂ ਪਾਵਰਫੁੱਲ ਹਾਂ, ਦੂਸਰਾ ਨਹੀਂ ਆ, ਤਾਂ ਊਚ ਨੀਚ ਆ ਗਈ ਨਾ। ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚੋਂ ਕੱਢ ਕੇ ਗੁਰੂ ਪਾਤਸ਼ਾਹ ਤੁਹਾਨੂੰ ਇੱਕ ਐਸਾ ਮਨੁੱਖ ਸਿਰਜ ਦਿੰਦੇ ਆ, ਉਹ ਤੁਹਾਡੀ ਕੰਸਟਰਕਸ਼ਨ ਹੋਈ ਆ ਕਿ ਜਿਹਦੇ ਉੱਤੇ ਜਾ ਕੇ ਸਾਰੇ ਇਕੁਅਲ ਹੋ ਗਏ, ਨਾ ਕੋਈ ਉੱਪਰ ਨਾ ਕੋਈ ਨੀਵਾਂ। ਇੱਕ ਨਾ ਭਾਂਡੇ ਸਾਜੀਏ, ਇੱਕ ਚਾਨਣ ਟਹਿਲੋਏ। ਹੁਣ ਇਹ ਸਮਝਣਾ, ਜਦੋਂ ਤੁਸੀਂ ਇਹ ਸਮਝਣ ਲੱਗ ਗਏ ਕਿ ਇੱਕੋ ਤਰ੍ਹਾਂ ਦਾ ਭਾਂਡਾ ਹੈ ਔਰ ਉਹਦੇ ਵਿੱਚ ਇੱਕੋ ਤਰ੍ਹਾਂ ਦੀ ਜੋਤ ਹੈ, ਮੇਰੇ ਵਿੱਚ ਵੀ ਉਹੀ ਜੋਤ ਹੈ, ਤੁਹਾਡੇ ਵਿੱਚ ਵੀ ਉਹੀ ਜੋਤ ਹੈ, ਜਦੋਂ ਅਸੀਂ ਇੰਨੀ ਗੱਲ ਸਮਝਣ ਲੱਗ ਗਏ, ਫਿਰ ਮੈਨੂੰ ਨਹੀਂ ਲੱਗਦਾ ਕਿ ਜਿਹੜੀਆਂ ਕਿਸੇ ਤਰ੍ਹਾਂ ਦੀਆਂ ਵੀ ਜਿਹੜੀਆਂ ਡਿਸਟਿੰਕਸ਼ਨ ਆ ਰੇਸ ਦੇ ਉੱਤੇ, ਕਲਰ ਦੇ ਉੱਤੇ ਔਰ ਜਿਹੜੀਆਂ ਜਾਤੀ ਪ੍ਰਥਾ ਦੇ ਉੱਤੇ ਉਹ ਚੱਲਣਗੀਆਂ। ਕਿਉਂਕਿ ਜਦੋਂ ਸਭ ਨੂੰ ਤੁਸੀਂ ਇੱਕ ਵਾਰ ਬਾਅਦ ਸਮਝਣ ਲੱਗ ਗਏ, ਜਦੋਂ ਤੁਸੀਂ ਇਹ ਸਮਝਣ ਲੱਗ ਗਏ ਕਿ ਸਾਰਿਆਂ ਵਿੱਚ ਗੁਰੂ ਦੀ ਹੀ ਜਾਂ ਇੱਕ ਉਸ ਸ਼ਬਦ ਦੀ ਹੀ ਜੋਤ ਹੈ,
ਤਾਂ ਫਿਰ ਸਾਰਾ ਕੁਝ ਇਕੁਅਲ ਹੋ ਗਿਆ, ਤੁਸੀਂ ਇੱਕ ਪਰਿਵਾਰ ਦੇ ਮੈਂਬਰ ਹੋ ਜਾਓਗੇ, ਫਿਰ ਨਫ਼ਰਤਾਂ ਦਾ ਕੋਈ ਥਾਂ ਨਹੀਂ ਰਹੂਗਾ। ਔਰ ਇਹੀ ਕਾਰਨ ਹੈ ਕਿ ਭਾਈ ਘਨੱਈਆ ਉਹਨਾਂ ਲੋਕਾਂ ਨੂੰ ਵੀ ਜਾ ਕੇ ਜਲ ਛਕਾਉਂਦੇ ਆ ਔਰ ਉਹਨਾਂ ਦੀ ਮਲਮ ਪੱਟੀ ਕਰਦੇ ਜਿਹੜੇ ਉਹਨਾਂ ਦੇ ਦੁਸ਼ਮਣ ਆ, ਜਿਹੜੇ ਉੱਥੇ ਉਹਨਾਂ ਦੇ ਨਾਲ ਲੜ ਰਹੇ ਆ। ਇਹ ਫਲਸਫਾ ਹੈ ਨਾ। ਔਰ ਬਿਲਕੁਲ ਉਹੀ ਜਿਹੜੀ ਦੁਬਾਰਾ ਚੀਜ਼ ਐਰਕੀ ਸਾਨੂੰ ਫਾਰਮਰ ਪ੍ਰੋਟੈਸਟ ਵਿੱਚ ਵੀ ਦੇਖਣ ਨੂੰ ਮਿਲੀ। ਤੁਹਾਡਾ ਇਹ ਕਿਰਦਾਰ ਸਿਰਜਿਆ ਗਿਆ, ਕਿਉਂਕਿ ਉਸ ਤੋਂ ਬਿਨਾਂ ਤੁਸੀਂ ਗੁਰੂ ਗ੍ਰੰਥ ਸਾਹਿਬ ਜਾਂ ਸ਼ਬਦ ਨੂੰ ਕਿਸੇ ਰੂਪ ਦੇ ਵਿੱਚ ਵੀ ਗੁਰੂ ਮੰਨ ਨਹੀਂ ਸਕਦੇ ਜਦ ਤੱਕ ਤੁਸੀਂ ਇਸ ਸਰੀਰ ਦੇ ਵਿੱਚੋਂ ਬਾਹਰ। ਕਿੰਨਾ ਵੱਡਾ ਦਿਲ ਚਾਹੀਦਾ ਆ ਇਹ ਸਮਝਣ ਨੂੰ ਕਿ ਜਿਹੜਾ ਬੰਦਾ ਤੁਹਾਨੂੰ ਮਾਰਨ ਲਈ ਆ ਰਿਹਾ, ਤੁਸੀਂ ਉਹਦੇ ਮਰਮ ਪੱਟੀ ਕਰ ਰਹੇ, ਤੁਸੀਂ ਉਹਨੂੰ ਰੋਟੀ ਖਵਾ ਰਹੇ, ਇਹਦੇ ਵਾਸਤੇ ਕਿਹੋ ਜਿਹੀ ਇੱਕ ਕੌਨਸ਼ੀਅਸਨੈਸ ਚਾਹੀਦੀ ਆ। ਇਹਦੇ ਵਾਸਤੇ ਇਹ ਸੋਚਣਾ ਪੈਣਾ, ਜਾਂ ਇਹ ਇੱਕ ਤਰ੍ਹਾਂ ਨਾਲ ਕੌਨਸ਼ੀਅਸਨੈਸ ਚਾਹੀਦੀ ਆ ਕਿ ਮੇਰੇ ਅਤੇ ਉਹਦੇ ਵਿੱਚ ਲੋ ਇੱਕੋ ਹੀ ਹੈ, ਸਾਡਾ ਇੱਕੋ ਹੀ ਭਾਂਡਾ ਹੈ ਅਤੇ ਇੱਕੋ ਤਰ੍ਹਾਂ ਦੀ ਲੋ ਜਿਹੜੀ ਆ ਉਹ ਸਾਨੂੰ ਦੋਵਾਂ ਨੂੰ ਬੰਨ੍ਹ ਕੇ ਬੈਠੀ ਆ। ਸੋ ਬੇਸਿਕਲੀ ਬੇਸ਼ੱਕ ਯੁੱਧ ਭੂਮੀ ਵਿੱਚ ਅਸੀਂ ਇੱਕ ਦੂਜੇ ਦੇ ਅਗੇਂਸਟ ਖੜ੍ਹੇ ਹਾਂ, ਪਰ ਫਿਰ ਵੀ ਉਹ ਇੱਕ ਚੀਜ਼ ਜਿਹੜੀ ਕਨੈਕਟ ਕਰਦੀ ਹੈ ਨਾ, ਜਿਹੜੀ ਸਾਰੀ ਦੁਨੀਆ ਨੂੰ ਇੱਕ ਬਰਾਬਰ ਮਾਨਸ ਕੀ ਜਾਤ ਸਭ ਏਕੇ ਪਹਿਚਾਨਬੋ, ਇਸ ਫਲਸਫੇ ਤੱਕ ਖੜਾ ਕਰਨ ਦਾ ਜਿਹੜਾ ਪ੍ਰੋਜੈਕਟ ਹੈ ਉਹ ਚੱਲਿਆ। ਉਸ ਤੋਂ ਅਗਲੀ ਹੁਣ ਅੱਗੇ ਗੱਲ ਆਉਂਦੀ, ਜਦੋਂ ਤੁਸੀਂ ਇਹੋ ਜਿਹੇ ਬਣ ਗਏ ਨਾ, ਫਿਰ ਆਉਂਦੀ ਹੈ ਤੁਹਾਡੀ ਫਾਈਨਲ ਡੈਸਟੀਨੇਸ਼ਨ। ਇਹਨੂੰ ਇਸ ਤਰੀਕੇ ਨਾਲ ਮੈਂ ਸਮਝਦੀ ਹੁੰਦੀ ਹਾਂ। ਮੈਨੂੰ ਨਹੀਂ ਪਤਾ, ਹੋ ਸਕਦਾ ਤੁਹਾਡੇ ਕੋਲ ਕੋਈ ਅਗਰ ਹੋਰ ਜ਼ਿਆਦੀਆਂ ਇਨਸਾਈਟਸ ਹੋਣ, ਮੈਨੂੰ ਜ਼ਰੂਰ ਲਿਖ ਕੇ ਭੇਜੋ, ਆਪਾਂ ਉਹਨਾਂ ਨੂੰ ਵੀ ਇਨਕਲੂਡ ਕਰਾਂਗੇ। ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਤੁਹਾਨੂੰ ਦੱਸ ਦਿੱਤਾ ਕਿ ਇਹਨਾਂ ਕਰਮ ਕਾਂਡਾਂ ਦੇ ਨਾਲ ਤੁਸੀਂ ਪਰਮਾਤਮਾ ਨੂੰ ਨਹੀਂ ਪਾ ਸਕਦੇ, ਫਿਰ ਉਹਨਾਂ ਦੱਸਿਆ ਕਿ ਤੁਸੀਂ ਕੀ ਕਰਨਾ ਹੈ। ਫਿਰ ਉਹ ਸੱਚਾ ਮਨੁੱਖ ਜਿਹੜਾ ਹੈ ਉਹਨੂੰ ਘੜਦੇ ਤੁਹਾਨੂੰ ਇੰਨਾ ਸਮਾਂ ਲੱਗਾ, ਔਰ ਉਸ ਤੋਂ ਬਾਅਦ ਤੁਹਾਡੀ ਫਾਈਨਲ ਡੈਸਟੀਨੇਸ਼ਨ ਉਹਨਾਂ ਨੇ ਦਿੱਤੀ। ਹੁਣ ਫਾਈਨਲ ਡੈਸਟੀਨੇਸ਼ਨ ਕੀ ਆ ਉਹ ਸੁਣਿਓ ਜੇ। ਉਹ ਕਹਿੰਦੇ ਨੇ, ਰਾਮ ਨਾਮ ਮਨ ਬੇਦੀਏ ਅਵਰ ਕੀ ਕਰੇ ਵਿਚਾਰ, ਕੇ ਰਾਮ ਦੇ ਨਾਮ ਨਾਲ ਮੇਰਾ ਜਿਹੜਾ ਦਿਲ ਹੈ, ਮਨ ਹੈ, ਉਹ ਉਹਦੇ ਨਾਮ ਦੇ ਨਾਲ ਬੇਦਿਆ ਹੋਇਆ ਹੈ ਨਾ। ਮੈਂ ਹੋਰ ਕਿਸੇ ਦੀ ਕੀ ਵਿਚਾਰ ਕਰਾਂ। ਹੁਣ ਜਦੋਂ ਇਹ ਗੱਲ ਤੁਹਾਡੇ ਦਿਮਾਗ 'ਚ ਆ ਗਈ, ਫਿਰ ਤੁਸੀਂ ਸਰੀਰਾਂ ਤੋਂ ਟੁੱਟਣਾ ਸ਼ੁਰੂ ਹੋ ਜਾਓਗੇ। ਫਿਰ ਤੁਹਾਨੂੰ ਆਪਣੇ ਸਾਹਮਣੇ ਕੋਈ ਇੱਕ ਇਨਸਾਨ ਖੜਾ, ਇੱਕ ਦੇਹਧਾਰੀ ਕੋਈ ਗੁਰੂ ਨਹੀਂ ਚਾਹੀਦਾ ਹੋਊਗਾ। ਸ਼ਬਦ ਸੁਰਤ ਸੁਖ ਉਪਜੇ ਪ੍ਰਭ ਰਾਤਿਓ ਸੁਖਸਾਰ। ਸ਼ਬਦ ਸੁਰਤ ਸੁਖ ਉਪਜੇ, ਕਿ ਜਦੋਂ ਸ਼ਬਦ ਦੇ ਵਿੱਚ ਮੇਰੀ ਸੁਰਤ ਚੱਲ ਗਈ, ਫਿਰ ਜਿਹੜਾ ਸੁੱਖ ਹੈ ਉਹ ਆਪਣੇ ਆਪ ਉਪਜ ਜਾਂਦਾ, ਸੁੱਖ ਆਪਣੇ ਆਪ ਆਉਣਾ ਸ਼ੁਰੂ ਹੋ ਜਾਂਦਾ। ਜੋ ਭਾਵੇ ਤਿਉ ਰਾਖ ਤੂੰ ਮੈਂ ਹਰ ਨਾਮ ਆਧਾਰ। ਇੱਥੇ ਆ ਗਈ ਵਿਲ, ਇਹ ਇੰਪੋਰਟੈਂਟ ਆ। ਜੋ ਭਾਵੇ ਤਿਉ ਰਾਖ ਤੂੰ ਮੈਂ ਹਰ ਨਾਮ ਆਧਾਰ, ਕਿ ਮੇਰਾ ਆਧਾਰ ਤਾਂ ਨਾਮ ਹੋ ਗਿਆ। ਦੇਖੋ ਜਿੰਨੇ ਵੀ ਆਪਾਂ ਕਰਮ ਕਾਂਡਾਂ ਵਿੱਚ, ਜਾਂ ਜਦੋਂ ਵੀ ਸਾਨੂੰ ਇੱਕ ਦੇਹਧਾਰੀ ਗੁਰੂ ਚਾਹੀਦਾ ਹੁੰਦਾ ਨਾ, ਤਾਂ ਬੇਸਿਕਲੀ ਸਾਨੂੰ ਲੱਗਦਾ ਹੁੰਦਾ ਕਿ ਸਾਡੇ ਕੋਲ ਹੋਰ ਕੋਈ ਰਸਤਾ ਨਹੀਂ, ਸਾਨੂੰ ਕੋਈ ਸਮਝਾਵੇ, ਸਾਨੂੰ ਕੋਈ ਦੱਸੇ, ਤਾਂ ਅਸੀਂ ਗੁਰੂ ਉਹ ਜਿਹੜਾ ਇੱਕ ਦੇਹਧਾਰੀ ਗੁਰੂ ਜਾਂ ਕਿਸੇ ਪੰਡਿਤ ਵੱਲ, ਜਿਹੜੇ ਸਾਨੂੰ ਆਹ ਛਾਪਾਂ ਛੱਲੇ ਦੇ ਦਿੰਦੇ ਆ ਕਿ ਇਹ ਪਾ ਲਓ ਹੱਥਾਂ ਵਿੱਚ ਤੁਸੀਂ ਠੀਕ, ਇਹ ਸਾਡੇ ਡਰ ਦੇ ਵਿੱਚੋਂ ਨਿਕਲਦਾ ਆ। ਪਰ ਜਦੋਂ ਤੁਸੀਂ ਇਹ ਮੰਨਣਾ ਸ਼ੁਰੂ ਹੋ ਗਏ ਕਿ ਜਿਵੇਂ ਵੀ ਤੂੰ ਮੈਨੂੰ ਰੱਖੇਂਗਾ ਗੁਰੂ ਪਾਤਸ਼ਾਹ, ਜਿਵੇਂ ਵੀ ਤੂੰ ਰੱਖੇਂਗਾ ਪਰਮਾਤਮਾ, ਮੈਂ ਉਵੇਂ ਠੀਕ ਹਾਂ, ਮੈਨੂੰ ਇਸ ਤੋਂ ਅੱਗੇ ਕੁਛ ਨਹੀਂ ਚਾਹੀਦਾ, ਤਾਂ ਉੱਥੇ ਆ ਕੇ ਤੁਹਾਡਾ ਵਿਸਥਾਰ ਹੋ ਗਿਆ। ਤੁਸੀਂ ਉੱਥੇ ਆ ਕੇ ਫਿਰ ਤੁਹਾਨੂੰ ਕਿਸੇ ਦੇਹ ਦੇ ਨਾਲ ਲੱਗਣ ਦੀ ਕੋਈ ਲੋੜ ਹੀ ਨਹੀਂ ਰਹੀ, ਕੋਈ ਵਿਚੋਲਾ ਵਿੱਚ ਰਹਿਣ ਦੀ ਲੋੜ ਨਹੀਂ ਰਹੀ। ਅੱਗੇ ਬੋਲਦੇ ਨੇ, ਮਨ ਰੇ ਸਾਚੀ ਖਸਮ ਰਜਾਈ, ਕਿ ਹੇ ਮਨ ਤੂੰ ਉਹ ਸੱਚੇ, ਜਿਹੜਾ ਤੇਰਾ ਸੱਚਾ ਖਸਮ ਹੈ, ਜਿਹੜਾ ਉਹ ਪਰਮਾਤਮਾ ਹੈ, ਤੂੰ ਉਹਦੀ ਰਜ਼ਾ ਦੇ ਵਿੱਚ ਰਹਿਣਾ ਸਿੱਖ। ਹੁਣ ਉਹ ਰਜ਼ਾ ਦੇ ਵਿੱਚ ਤੁਹਾਨੂੰ ਉਹਨਾਂ ਨੇ ਰਹਿਣਾ ਸਿਖਾ ਤਾਂ ਦਿੱਤਾ ਹੈ ਨਾ, ਕਿ ਕਿਸੇ ਨੂੰ ਦੇਗਾਂ ਦੇ ਵਿੱਚ ਉਬਾਲਿਆ ਜਾ ਰਿਹਾ, ਕਿਸੇ ਦੇ ਸਰੀਰ ਕੱਟੇ ਜਾ ਰਹੇ ਆ, ਕਿਸੇ ਦੀਆਂ ਮਾਵਾਂ ਦੇ ਗਲਾਂ ਦੇ ਵਿੱਚ ਉਹਨਾਂ ਦੇ ਬੱਚਿਆਂ ਦੇ ਟੋਟੇ ਕਰਕੇ ਉਹਨਾਂ ਦੇ ਹਾਰ ਪਾਏ ਜਾ ਰਹੇ ਆ। ਇਸ ਤੋਂ ਵੱਡਾ ਤੁਸੀਂ ਕਿਸੇ ਨੂੰ ਰਜ਼ਾ ਦੇ ਵਿੱਚ ਰਹਿੰਦਾ ਦੇਖ ਸਕਦੇ ਹੋ? ਔਰ ਉਹ ਸੀ ਨਹੀਂ ਕਰ ਰਹੇ। ਇੱਕ ਵੀ ਮਿਸਾਲ ਐਸੀ ਨਹੀਂ ਕਿ ਜਿਹਦੇ ਵਿੱਚ ਉਹ ਗੁਰੂ ਨੂੰ ਕਹਿ ਰਹੇ ਹੋਣ ਜਾਂ ਪਰਮਾਤਮਾ ਨੂੰ ਕਹਿ ਰਹੇ ਹੋਣ ਕਿ ਤੂੰ ਗਲਤ ਕੀਤਾ। ਅੱਜ ਸਾਡੇ ਨਾਲ ਇੱਕ ਛੋਟਾ ਜਿਹਾ ਸਾਨੂੰ ਨੁਕਸਾਨ ਹੋ ਜੇ ਨਾ, ਕਿਸੇ ਦੀ ਜੋਬ ਚਲੀ ਜਾਵੇ ਜਾਂ ਕਿਸੇ ਦਾ ਨੁਕਸਾਨ, ਕਿਸੇ ਨੂੰ ਆ ਕਰੋਨਾ ਵਾਇਰਸ ਦੇ ਕਰਕੇ ਥੋੜ੍ਹਾ ਜਿਹਾ ਬਿਜ਼ਨਸ 'ਚ ਘਾਟਾ ਪੈ ਗਿਆ, ਅਸੀਂ ਫਟਾਫਟ ਕਹਿੰਦੇ ਹਾਂ ਕਿ ਪਰਮਾਤਮਾ ਮੈਂ ਤਾਂ ਇੰਨਾ ਕੁਛ ਕੀਤਾ ਸੀ, ਮੈਂ ਤਾਂ ਤੇਰੇ ਅਖੰਡ ਪਾਠ ਵੀ ਕਰਾਉਂਦਾ ਰਿਹਾ, ਫਿਰ ਵੀ ਮੇਰੇ ਨਾਲ ਇੰਝ ਹੋ ਗਿਆ। ਇਹ ਉਹੀ ਚੀਜ਼ ਆ ਜਿਹਦੇ ਵਾਸਤੇ ਗੁਰੂ ਨਾਨਕ ਨੇ ਪਹਿਲਾਂ ਵਰਜਿਆ ਕਿ ਜੋ ਮਰਜ਼ੀ ਕਰ ਲਓ, ਤੁਸੀਂ ਦਾਨ ਕਰ ਲਓ, ਤੁਸੀਂ ਆਪਣੇ ਸਰੀਰ ਦੇ ਉੱਤੇ ਚੱਲ ਲਓ, ਪਰ ਤੁਸੀਂ ਪਰਮਾਤਮਾ ਨੂੰ ਨਹੀਂ ਪਾ ਸਕਦੇ। ਉਹ ਤੁਹਾਨੂੰ ਇੱਥੇ ਆ ਕੇ ਆਪਾਂ ਰਜ਼ਾ ਤੋਂ ਬਾਹਰ ਹੋ ਜਾਂਦੇ ਹਾਂ। ਪਰ ਉਹ ਗੁਰੂ ਨੇ ਜੋ ਤੁਹਾਨੂੰ ਘੜਿਆ ਸੀਗਾ, ਉਹ ਐਸਾ ਮਨੁੱਖ ਸੀ ਜਿਹੜਾ ਕਹਿੰਦਾ ਕਿ ਮੈਂ ਹਰ ਤਰੀਕੇ ਨਾਲ ਤੇਰੀ ਰਜ਼ਾ ਦੇ ਵਿੱਚ ਹਾਂ। ਹੁਣ ਉਸ ਤੋਂ ਬਾਅਦ ਗੱਲ ਇਹ ਆਉਂਦੀ ਆ, ਜਿਨ ਤਨ ਮਨ ਸਾਜ ਸਿੰਗਾਰਿਆ ਤੇ ਸੇਤੀ ਲਿਵ ਲਾਏ, ਕਿ ਜਿਹਨੇ ਮੇਰਾ ਤਨ ਮਨ ਸਿੰਗਾਰਿਆ, ਸਿਰਫ ਮੈਂ ਉਹਦੇ ਨਾਲ ਲਿਵ ਲਾਵਾਂ, ਮੇਰਾ ਵਿੱਚ ਕੋਈ ਵਿਚੋਲੇ ਨਾਲ ਕੋਈ ਵਾਹ ਨਾ ਹੋਵੇ, ਮੈਨੂੰ ਹੋਰ ਕਿਸੇ ਦੀ ਕੋਈ ਲੋੜ ਨਾ ਹੋਵੇ। ਦੇਖੋ
ਬਾਰ-ਬਾਰ ਉਹੀ ਗੱਲ ਰਿਪੀਟ ਹੋ ਰਹੀ ਆ, ਪਰ ਇਹ ਕਰਨੀ ਜ਼ਰੂਰੀ ਆ। ਜਦੋਂ ਤੁਸੀਂ ਸੋਚੋਗੇ ਕਿ ਮੈਂ ਸਰੀਰ ਦੇ ਉੱਤੇ ਕਸ਼ਟ ਝੱਲਾਂ ਅਤੇ ਮੈਨੂੰ ਪਰਮਾਤਮਾ ਮਿਲ ਜੂਗਾ, ਤੁਹਾਨੂੰ ਕਿਸੇ ਨਾ ਕਿਸੇ ਬੰਦੇ ਨੂੰ ਪੁੱਛਣਾ ਪਊਗਾ ਕਿ ਕਿਹੋ ਜਿਹੇ ਮੈਂ ਕਸ਼ਟ ਝੱਲਾਂ, ਹੈ ਨਾ। ਤੁਸੀਂ ਦਾਨ ਕਰਨਾ, ਫਿਰ ਵੀ ਤੁਹਾਨੂੰ ਵਿੱਚ ਬੰਦਾ ਕੋਈ ਚਾਹੀਦਾ। ਤੁਸੀਂ ਜੋ ਵੀ ਕਰਨਾ ਇਹੋ ਜਿਹਾ, ਤੁਹਾਨੂੰ ਕੋਈ ਨਾ ਕੋਈ ਇਨਸਾਨ ਚਾਹੀਦਾ। ਉੱਥੇ ਤੁਹਾਨੂੰ ਇਹ ਗੁਰੂ ਡੰਮ ਦੇ ਵਿੱਚ ਤੁਸੀਂ ਫਸ ਜਾਂਦੇ ਆ। ਗੁਰੂ ਨਾਨਕ ਤੁਹਾਨੂੰ ਪਹਿਲੇ ਜਾਮੇ ਵਿੱਚ ਮਨਾ ਕਰ ਦਿੰਦੇ ਆ ਕਿ ਇਹਨਾਂ ਵਿੱਚ ਕੁਛ ਨਹੀਂ ਰੱਖਿਆ। ਫਿਰ ਉਹ ਬਕਾਇਦਾ ਦੱਸਦੇ ਆ ਕਿ ਤੁਹਾਨੂੰ ਉਹ ਸੱਚਾ ਇਨਸਾਨ ਬਣਨਾ, ਸੱਚੋ ਉਰੇ ਸਭ ਕੋ ਉੱਪਰ ਸੱਚ ਆਚਾਰ, ਜਿਹਦਾ ਆਚਾਰ ਜਿਹੜਾ ਉਹ ਸੱਚਾ ਹੋਵੇ ਬਿਲਕੁਲ, ਹੈ ਨਾ। ਔਰ ਉਹ ਤੁਹਾਨੂੰ ਘੜਦੇ ਆ। ਘੜੇ ਜਾਣ ਤੋਂ ਬਾਅਦ ਫਾਈਨਲੀ ਤੁਸੀਂ ਜਦੋਂ ਉਹੋ ਜਿਹੇ ਬਣ ਗਏ, ਤੁਸੀਂ ਉਹਦੀ ਰਜ਼ਾ 'ਚ ਰਹਿਣਾ ਸ਼ੁਰੂ ਹੋ ਗਏ, ਤੁਹਾਡਾ ਟੈਸਟ ਹੁੰਦਾ ਬਕਾਇਦਾ। ਜਿਹੜੀ ਉਹ ਵਿਸਾਖੀ ਵਾਲੇ ਦਿਨ 5 ਸਿਰ ਮੰਗੇ ਗਏ ਸੀ, ਉਹ ਐਵੇਂ ਨਹੀਂ ਸੀ ਮੰਗੇ ਗਏ, ਉਹ ਤੁਹਾਡਾ ਟੈਸਟ ਸੀਗਾ ਕਿ ਤੁਸੀਂ ਉਹਦੀ ਰਜ਼ਾ 'ਚ ਰਹਿਣਾ ਜਾਣਦੇ ਆ, ਤੁਸੀਂ ਸਮਝਦੇ ਆ ਕਿ ਉਹ ਜੋ ਵੀ ਤੁਹਾਡੇ ਲਈ ਕਰੂਗਾ ਸਹੀ ਕਰੂਗਾ। ਕਿਆ ਤੁਸੀਂ ਇਸ ਤਰੀਕੇ ਦਾ ਸਰੈਂਡਰ ਕਰਨ ਨੂੰ ਤਿਆਰ ਆ? ਜਦੋਂ ਤੁਸੀਂ ਆ ਗਏ, ਸਰੈਂਡਰ ਕਰ ਦਿੱਤਾ, ਉਦੋਂ ਫਿਰ ਜਿਹੜੀ ਗੁਰਿਆਈ ਹੈ ਉਹ ਬਕਾਇਦਾ ਗ੍ਰੰਥ ਅਤੇ ਪੰਥ ਦੋਵਾਂ ਨੂੰ ਦਿੱਤੀ ਗਈ। ਹੁਣ ਫਿਰ ਅਗਲਾ ਸਵਾਲ ਮੇਰਾ ਇਹ ਆਉਂਦਾ ਆ ਕਿ ਪਾਤਸ਼ਾਹ, ਜਦੋਂ ਇਸ ਸਰੀਰ ਦਾ ਕੁਝ ਮਤਲਬ ਹੀ ਨਹੀਂ, ਜਦੋਂ ਸਾਰਾ ਇਹ ਮੰਥਨ ਹੀ ਇਹ ਹੈ ਕਿ ਇਸ ਸਰੀਰ 'ਚੋਂ ਬਾਹਰ ਨਿਕਲੀਏ, ਇਸ ਸਰੀਰ ਦੇ ਜਾਲ ਦੇ ਵਿੱਚੋਂ। ਮੈਂ ਅਕਸਰ ਇਹ ਕਹਿੰਦੀ ਹੁੰਦੀ ਹਾਂ, ਮੇਰੀ ਇੱਕ ਕਿਤਾਬ ਦੇ ਵਿੱਚ ਵੀ ਮੈਂ ਇਹ ਗੱਲ ਲਿਖੀ ਹੈ ਕਿ ਜਿਹੜਾ ਸਭ ਤੋਂ ਵੱਡਾ ਜਿਹੜਾ ਕੈਦਖਾਨਾ ਨਾ, ਉਹ ਸਰੀਰ ਹੈ ਮੇਰਾ। ਤਾਂ ਫਿਰ ਇਹ ਜਿਹੜਾ ਸਰੀਰ ਚਾਹੀਦਾ ਕਿਉਂ ਆ ਫਿਰ, ਹੈ ਨਾ। ਫਿਰ ਇਹਦੀ ਲੋੜ ਕੀ ਸੀ? ਜਦੋਂ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰੀਏ ਤਾਂ ਜਵਾਬ ਦਿੰਦੇ ਨੇ, ਕਰਮ ਧਰਤੀ ਸਰੀਰ ਜਗ ਅੰਤਰ ਜੋ ਬੋਵੇ ਸੋ ਖਾਤ, ਕਿ ਇਹ ਜਿਹੜੀ ਇਸ ਕਰਮ ਧਰਤੀ ਹੈ, ਇਹ ਸਰੀਰ ਜਿਹੜਾ ਹੈ ਨਾ, ਇਸ ਜੱਗ ਦੇ ਵਿੱਚ ਤੁਹਾਡੀ ਕਰਮ ਧਰਤੀ ਹੈ। ਤੁਸੀਂ ਇਹਦੇ ਵਿੱਚ ਜੋ ਬੋਵੋਗੇ ਉਹ ਤੁਹਾਨੂੰ ਕੱਟਣਾ ਪਊਗਾ, ਉਹੀ ਤੁਸੀਂ ਖਾਓਗੇ। ਹੁਣ ਉਹ ਕੀ ਆ? ਉਹ ਫਿਰ ਗੱਲ ਲਿੰਕ ਕਰਦੀ ਹੈ ਤੁਹਾਡੇ ਆਚਾਰ ਦੇ ਨਾਲ, ਕਿ ਤੁਸੀਂ ਜੋ ਵੀ ਕਹਿੰਦੇ ਹੋ। ਤੁਸੀਂ ਇੰਗਲਿਸ਼ ਵਿੱਚ ਵੀ ਬੜਾ ਫੇਮਸ ਆ, ਵਾਟ ਗੋਜ਼ ਅਰਾਊਂਡ ਕਮਜ਼ ਅਰਾਊਂਡ, ਹੈ ਨਾ। ਔਰ ਮੈਂ ਇਸ ਚੀਜ਼ ਨੂੰ ਮੰਨਦੀ ਹਾਂ। ਤੁਸੀਂ ਜੋ ਤੁਹਾਡੇ ਅੰਦਰੋਂ ਨਿਕਲਦਾ ਆ, ਜੋ ਆਵਾਜ਼ ਤੁਹਾਡੇ ਅੰਦਰੋਂ ਨਿਕਲਦੀ ਆ, ਤੁਸੀਂ ਕਿਸੇ ਦਾ ਬੁਰਾ ਚਾਹੁੰਦੇ ਆ, ਤੁਸੀਂ ਕਿਸੇ ਦਾ ਚੰਗਾ ਚਾਹੁੰਦੇ ਆ, ਤੁਸੀਂ ਅੱਛੇ ਇਨਸਾਨ ਆ, ਬੁਰੇ ਇਨਸਾਨ ਆ, ਜੋ ਵੀ ਤੁਹਾਡੇ ਅੰਦਰ ਹੈ ਨਾ, ਜੋ ਤੁਹਾਡੇ ਇਸ ਸਰੀਰ ਰੂਪੀ ਭੂਮੀ ਦੇ ਉੱਪਰ ਜੋ ਤੁਸੀਂ ਬੋਨੇ ਆ, ਹੈ ਨਾ, ਉਹ ਤੁਹਾਨੂੰ ਕੱਟਣਾ ਹੀ ਪਊਗਾ। ਉਹੀ ਤੁਹਾਨੂੰ ਤੁਹਾਡੀ ਅੱਗੇ ਦਾ ਸਫ਼ਰ ਨਿਰਧਾਰਿਤ ਕਰੂਗਾ। ਕਹੋ ਨਾਨਕ ਭਗਤ ਸੋਹੇ ਦਰਬਾਰੇ ਮਨਮੁਖ ਸਦਾ ਪਵਾਤ, ਕਿ ਮਨਮੁਖ ਜਿਹੜੇ ਆ ਉਹ ਭਵਾਉਂਦੇ ਰਹਿੰਦੇ ਆ, ਉਹ ਬਾਰ-ਬਾਰ ਜਨਮ ਦੇ ਮਰਦੇ ਰਹਿੰਦੇ ਆ, ਹੈ ਨਾ। ਪਰ ਜਿਹੜਾ ਜਿਹਨੇ ਗੁਰੂ ਦਾ ਭਾਣਾ, ਗੁਰੂ ਕੌਣ? ਉਹ ਜਿਹੜਾ ਅਕਾਲ ਪੁਰਖ, ਉਹਨਾਂ ਮੰਨ ਲਿਆ, ਉਹੀ ਇਸ ਸਾਰੇ ਦੇ ਵਿੱਚੋਂ ਨਿਜਾਤ ਪਾਊਗਾ। ਸੋ ਬੇਸਿਕਲੀ ਜਿਹੜਾ ਇਹ ਸਰੀਰ ਆ, ਇਹ ਸਾਨੂੰ ਉਹ ਕਰਮ ਬੋਣ ਵਾਸਤੇ ਹੈ। ਇਹ ਸਾਡੀ ਇਸ ਧਰਤੀ ਦੇ ਵਿੱਚ ਜਿਹੜੀ ਆ, ਉਹ ਇਸ ਜੱਗ ਦੇ ਅੰਦਰ ਇਹ ਸਾਡੀ ਕਰਮ ਭੂਮੀ ਆ। ਇਹ ਸਰੀਰ ਸਾਡੀ ਕਰਮ ਭੂਮੀ ਆ, ਔਰ ਅਸੀਂ ਇਹਦੇ ਵਿੱਚ ਕੀ ਬੋ ਰਹੇ ਹਾਂ, ਥੋੜ੍ਹਾ ਸੋਚ ਸਮਝ ਕੇ ਬੋਇਆ ਕਰੀਏ, ਕਿਉਂਕਿ ਜੋ ਬੋਵਾਂਗੇ ਸਾਨੂੰ ਉਹੀ ਕੱਟਣਾ ਪੈਣਾ ਆ, ਉਹੀ ਸਾਨੂੰ ਖਾਣਾ ਪੈਣਾ, ਉਹੀ ਸਾਡੇ ਬੱਚਿਆਂ ਨੂੰ ਖਾਣਾ ਪੈਣਾ। ਹੁਣ ਫਾਈਨਲੀ ਆਉਂਦਾ ਹੈ ਕਿ ਜੇ ਸਰੀਰ ਦੀ ਫਿਰ ਲੋੜ ਹੈ ਤਾਂ ਇਹਦਾ ਮਤਲਬ ਆ ਕਿ ਕਿਉਂਕਿ ਗੁਰੂ ਪਾਤਸ਼ਾਹ ਨੇ ਤਾਂ ਪੋਥੀ ਨੂੰ ਕਿਹਾ ਆ ਕਿ ਪਰਮੇਸ਼ਰ ਕਾ ਥਾਨ, ਹੈ ਨਾ। ਹੁਣ ਇਹਦੇ ਵਿੱਚ ਜਰਾ ਆਪਾਂ ਸਮਝੀਏ ਕਿ ਡਿਫਰੈਂਸ ਕੀ ਆ ਪੋਥੀ ਅਤੇ ਸ਼ਬਦ ਦੇ ਵਿੱਚ, ਫਰਕ ਕਿੱਥੇ ਆ। ਤਾਂ ਗੁਰੂ ਪਾਤਸ਼ਾਹ ਸਾਨੂੰ ਬੜੇ ਤਰੀਕੇ ਨਾਲ ਸਮਝਾਉਂਦੇ ਆ। ਕਹਿੰਦੇ ਨੇ, ਪੰਡਿਤ ਵਾਚੈ ਪੋਥੀਆਂ ਨਾ ਬੂਝੈ ਵਿਚਾਰ। ਇਹ ਗੱਲ ਸਮਝਣ ਦੀ ਲੋੜ ਆ। ਜਿਹੜਾ ਮੈਂ ਪਹਿਲਾਂ ਸ਼ਬਦ ਬੋਲਿਆ ਨਾ, ਕਰਮ ਧਰਤੀ ਸਰੀਰ ਜਗ ਅੰਤਰ ਜੋ ਪੋਵੇ ਸੁਖਾਤ, ਇਸੇ ਸ਼ਬਦ ਦੇ ਵਿੱਚ ਗੁਰੂ ਪਾਤਸ਼ਾਹ ਸਾਨੂੰ 4 ਸੀਜ਼ਨ ਦੀ ਜ਼ਿਕਰ ਵੀ ਕਰਦੇ ਆ। 4 ਜਿਹੜੇ ਵੱਖਰੇ ਸੀਜ਼ਨ ਆਉਂਦੇ ਆ। ਤੁਸੀਂ ਮਾਂ ਦੇ ਗਰਭ ਦੇ ਵਿੱਚ ਹੁੰਦੇ ਆ, ਫਿਰ ਤੁਸੀਂ ਜਵਾਨੀ ਵਿੱਚ ਵੀ ਆਉਂਦੇ ਆ, ਫਿਰ ਤੁਸੀਂ ਥੋੜ੍ਹਾ ਹੋਰ ਅੱਗੇ ਜਾਂਦੇ ਆ, ਫਿਰ ਬੁਢਾਪਾ ਆਉਂਦਾ। ਉਹ ਸਾਰੇ ਉਹਨਾਂ ਸੀਜ਼ਨਸ ਦੀ ਗੱਲ ਵੀ ਕਰਦੇ ਆ ਗੁਰੂ ਪਾਤਸ਼ਾਹ, ਔਰ ਦੱਸਦੇ ਆ ਕਿ ਤੁਸੀਂ ਹੌਲੀ ਕਿਵੇਂ ਈਗੋ ਜਿਹੜੀ ਆ, ਕਿਵੇਂ ਇਹ ਕੌਨਸ਼ੀਅਸਨੈਸ ਲੈ ਕੇ ਆਉਂਦੇ ਆ ਕਿ ਮੈਂ ਸਭ ਤੋਂ ਵੱਡਾ, ਇਹ ਤੁਹਾਡੇ ਅੰਦਰ ਕਿੱਦਾਂ ਹੌਲੀ ਵੱਧਦੀ ਜਾਂਦੀ ਆ। ਔਰ ਬਕਾਇਦਾ ਹੁਣ ਜਦੋਂ ਤੁਸੀਂ ਪੋਥੀ ਤਾਂ ਤੁਹਾਡੇ ਕੋਲ ਹੈਗੀ ਆ, ਪਰ ਜਦੋਂ ਤੁਸੀਂ ਉਹਦੇ ਵਿੱਚ ਵਿਚਾਰ ਹੀ ਨਹੀਂ ਕਰਨੇ, ਤੁਸੀਂ ਸਿਰਫ ਪੜ੍ਹਨਾ, ਫਿਰ ਉਹਦਾ ਕੋਈ ਫਾਇਦਾ ਨਹੀਂ ਰਹਿਣਾ। ਫਿਰ ਤੁਸੀਂ ਉਹੀ ਪੰਡਿਤ ਹੋ ਜਾਓਗੇ ਜਿਹਦੇ ਬਾਰੇ ਗੁਰੂ ਪਾਤਸ਼ਾਹ ਕਹਿੰਦੇ ਨੇ, ਪੰਡਿਤ ਵਾਚੈ ਪੋਥੀਆਂ ਨਾ ਬੂਝੈ ਵਿਚਾਰ। ਤੁਹਾਨੂੰ ਉਹਦਾ ਜਿਹੜਾ ਵਿਚਾਰ ਹੈ ਉਹ ਬੂਝਣਾ ਬਹੁਤ ਜ਼ਰੂਰੀ ਆ। ਅੱਗੇ ਮੈਨੂੰ ਲੱਗਦਾ ਕਿ ਡਿਸਕਸ਼ਨ ਹੋਰ ਬਹੁਤ ਲੈਂਥੀ ਆ, ਹੈ ਨਾ, ਔਰ ਪਰ ਮੇਰੇ ਕੋਲ ਸਮਾਂ ਅੱਜ ਜਿਹੜਾ ਇਜਾਜ਼ਤ ਨਹੀਂ ਦੇ ਰਿਹਾ, ਇਸ ਕਰਕੇ ਇੰਨੀ ਗੱਲ ਦੇ ਉੱਤੇ ਆਪਾਂ ਅੱਜ ਦਾ ਵਿਰਾਮ ਲਾਉਂਦੇ ਹਾਂ। ਅਗਲੇ ਐਪੀਸੋਡ ਦੇ ਵਿੱਚ ਆਪਾਂ ਇੱਥੋਂ ਹੀ ਅੱਗੇ ਡਿਸਕਸ਼ਨ ਚਾਲੂ ਰੱਖਾਂਗੇ। ਇੰਨੀ ਗੱਲ ਕਹਿੰਦੇ ਹੋਏ ਭੁੱਲਾਂ ਚੁੱਕਾਂ ਦੀ ਖਿਮਾ, ਮੈਨੂੰ ਦਿਓ ਇਜਾਜ਼ਤ।
ਅਗਲੇ ਐਪੀਸੋਡ ਵਿੱਚ ਆਪਾਂ ਫਿਰ ਮਿਲਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ